ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਟ੍ਰੇਟ ਟਾਕ ਸਿੱਧੀ ਗੱਲ ਵਿੱਚ, ਜਿੱਥੇ ਅਸੀਂ ਗੱਲਬਾਤ ਕਰਦੇ ਹਾਂ ਕਰੰਟ ਟੌਪਿਕਸ ਦੇ ਬਾਰੇ, ਰਾਜਨੀਤੀ ਦੇ ਪੱਖ ਦੇ ਮਸਲਿਆਂ ਦੇ ਬਾਰੇ। ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਉਹ ਪੱਤਰਕਾਰ ਜਿਹੜੇ ਹਰ ਮੁੱਦੇ ਬਾਰੇ ਡੂੰਘਾਈ ਦੇ ਵਿੱਚ ਜਾਣਕਾਰੀ ਰੱਖਦੇ ਨੇ ਤੇ ਉਹਨਾਂ ਦੀ ਨਜ਼ਰ ਰਹਿੰਦੀ ਹੈ ਕਿ ਕੀ ਹੋ ਰਿਹਾ ਭਾਰਤ ਦੀ, ਖਾਸ ਕਰਕੇ ਪੰਜਾਬ ਦੀ ਸਿਆਸਤ ਤੇ ਨਾਲ-ਨਾਲ ਪੂਰੇ ਦੁਨੀਆ ਦੇ ਵਿੱਚ। ਮੈਂ ਗੱਲ ਕਰ ਰਹੀ ਹਾਂ ਸੀਨੀਅਰ ਜਰਨਲਿਸਟ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਮਿਸਟਰ ਧਾਲੀਵਾਲ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਅਰਸ਼ਦੀ। ਬਿਲਕੁਲ ਮਿਸਟਰ ਧਾਲੀਵਾਲ, ਜਿੱਦਾਂ ਹੁਣ ਹੋਰ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਤਾਂ ਆਉਂਦੀਆਂ ਰਹਿੰਦੀਆਂ ਹਰ ਹਫਤੇ ਕਿ ਕੀ ਹੋ ਰਿਹਾ ਹੈਗਾ ਸਿਆਸਤ ਦੇ ਵਿੱਚ, ਕੀ ਹੋ ਰਿਹਾ ਹੈਗਾ ਦੁਨੀਆ ਦੇ ਵਿੱਚ, ਕੀ ਹੋ ਰਿਹਾ ਹੈ। ਤੇ ਜੇ ਹੁਣ ਅਸੀਂ ਜਿੱਥੇ ਰਹਿੰਦੇ ਹਾਂ ਪਹਿਲਾਂ ਉੱਥੋਂ ਸ਼ੁਰੂ ਕਰ ਲਈਏ, BC ਦੇ ਵਿੱਚ ਕਰੋਨਾ ਵਾਇਰਸ ਹੈ ਜਿਹੜਾ ਉਹ ਇੰਨਾ ਜ਼ਿਆਦਾ ਨਹੀਂ ਫੈਲ ਰਿਹਾ ਜਿੰਨਾ ਕਿ ਹੋਰ ਦੇਸ਼ਾਂ ਜਾਂ ਹੋਰ ਪ੍ਰੋਵਿੰਸਿਸ ਦੇ ਵਿੱਚ ਫੈਲ ਰਿਹਾ ਹੈਗਾ। ਹੁਣ ਅਸੀਂ ਜੇ ਗੱਲ ਕਰੀਏ ਪਿਛਲੇ ਹਫਤੇ ਦੀ, ਤੇ ਉਹਦੇ ਵਿੱਚੋਂ 6 ਦਿਨਾਂ ਦੇ ਵਿੱਚ ਸਾਨੂੰ ਕੋਈ ਵੀ ਡੈਥ ਨਜ਼ਰ ਨਹੀਂ ਆਈ। ਡੈਥ ਦੇ ਨਾਲ ਜਿਹੜੇ ਕਰੋਨਾ ਵਾਇਰਸ ਦੇ ਕੇਸ ਸੀਗੇ ਉਹ ਵੱਧ ਰਹੇ ਨੇ। ਕਿਉਂ ਵੱਧ ਰਹੇ ਨੇ? ਇੱਕ ਦਿਨ 10, 12, 14 ਤੇ ਕੱਲ 19 ਕੇਸ ਜਿਹੜੇ ਨੇ ਉਹ ਸਾਹਮਣੇ ਆਏ ਨੇ। ਪਰ ਕੱਲ ਉਹਦੇ ਨਾਲ ਇੱਕ ਡੈਥ ਵੀ ਜਿਹੜੀ ਹੈ ਰਿਪੋਰਟ ਕੀਤੀ ਗਈ, ਕਿਉਂਕਿ ਰੀਓਪਨ ਹੋ ਰਿਹਾ ਹੌਲੀ ਹੌਲੀ, ਅਸੀਂ ਕੰਮਾਂ ਦੇ ਉੱਤੇ ਵਾਪਸ ਜਾ ਰਹੇ ਹਾਂ, ਬਿਜ਼ਨਸ ਰੀਓਪਨ ਹੋ ਰਹੇ ਨੇ, ਬਹੁਤ ਕੁਝ ਹੋ ਰਿਹਾ ਹੈਗਾ ਆ। ਤੇ ਨਾਲ ਜਿਹੜੀ ਬਾਇਲੋ ਆਫਿਸਰਸ ਹੈਗੇ ਨੇ ਉਹ ਦੱਸ ਰਹੇ ਨੇ ਕਿ ਲੋਕ ਜਿਹੜੀ ਪਾਲਣਾ ਕਰ ਰਹੇ ਨੇ ਸੋਸ਼ਲ ਡਿਸਟੈਂਸ ਦਾ, ਫਿਜ਼ੀਕਲ ਡਿਸਟੈਂਸ ਰੱਖ ਰਹੇ ਨੇ ਤੇ ਸ਼ਾਇਦ ਉਹਦੇ ਕਰਕੇ ਵੀ ਜਿਹੜਾ ਅਸਰ ਹੋ ਰਿਹਾ ਹੈਗਾ ਆ। ਓਨਟੇਰੀਓ ਦੇ ਵਿੱਚੋਂ ਵੀ ਚੰਗੀਆਂ ਖਬਰਾਂ ਆ ਰਹੀਆਂ ਨੇ ਕਿ ਕੇਸ ਘਟ ਗਏ ਨੇ। ਉੱਥੇ ਉਹਨਾਂ ਨੇ ਕਰ ਦਿੱਤਾ ਹੈ ਕਿ 10 ਬੰਦੇ ਜਿਹੜੇ ਉਹ ਇਕੱਠੇ ਹੋ ਸਕਦੇ ਆ, ਆਪਣਾ ਇੱਕ ਸਰਕਲ ਬਣਾ ਸਕਦੇ ਆ। ਸੋ ਬਹੁਤ ਵਧੀਆ ਜਿਹੜੀਆਂ ਖਬਰਾਂ ਆ ਰਹੀਆਂ ਨੇ। ਪਰ ਇਹਨਾਂ ਖਬਰਾਂ ਦੇ ਵਿੱਚ ਭਾਰਤ ਹੈ ਨਾ, ਉਹ ਪਹਿਲੇ ਨੰਬਰ ਤੇ ਆਉਣ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਲੱਗਦਾ ਕਰੋਨਾ ਵਾਇਰਸ ਨੂੰ ਲੈ ਕੇ, ਕਿਉਂਕਿ ਉੱਥੇ ਕੇਸ ਬਹੁਤ ਜ਼ਿਆਦਾ ਵੱਧ ਰਹੇ ਨੇ। ਸਥਿਤੀ ਬਹੁਤ ਜਿਹੜੀ ਆ ਆਊਟ ਆਫ ਕੰਟਰੋਲ ਹੋਣ ਜਾ ਰਹੀ ਹੈ। ਜੇ ਹੁਣ ਸੈਂਟਰ ਦੀ ਗੱਲ ਕਰ ਲਈਏ ਅਸੀਂ, ਜਿਹੜਾ ਭਖਦਾ ਜਿਹੜਾ ਸੈਂਟਰ ਬਣ ਚੁੱਕਿਆ ਹੈਗਾ ਕਰੋਨਾ ਵਾਇਰਸ ਦਾ, ਅਮਰੀਕਾ ਤੋਂ ਬਾਅਦ ਹੌਲੀ ਹੌਲੀ ਆਉਂਦੇ ਦਿਨਾਂ ਦੇ ਵਿੱਚ ਪਹਿਲੇ ਨੰਬਰ ਤੇ ਪਹੁੰਚ ਜਾਣਾ ਭਾਰਤ ਨੇ। ਭਾਰਤ ਦੀ ਸਥਿਤੀ ਤੁਹਾਡੇ ਮੁਤਾਬਿਕ ਕਿਸ ਤਰ੍ਹਾਂ ਦੀ ਬਣੀ ਹੋਈ ਹੈ? ਅਰਸ਼, ਤੁਸੀਂ ਵਿਖਿਆਨ ਕਰ ਹੀ ਦਿੱਤਾ ਹੈ ਕਿ ਜਿਹੜੇ ਸਮਝਦਾਰ ਮੁਲਕ ਨੇ ਉਹ ਇਸ ਘਟਨਾਕ੍ਰਮ ਨੂੰ ਜਾਂ ਬਹੁਤ ਵੱਡੇ ਇਸ ਪੈਂਡੈਮਿਕ ਨੂੰ ਕਿਸ ਤਰੀਕੇ ਨਾਲ ਸੰਜੀਦਗੀ ਦੇ ਨਾਲ ਲੈ ਰਹੇ ਆ। ਖਾਸ ਤੌਰ 'ਤੇ ਜਦੋਂ ਤੁਸੀਂ ਕੈਨੇਡਾ ਦੀ ਗੱਲ ਕੀਤੀ ਆ, ਕੈਨੇਡਾ ਦਾ ਉਹ ਖਿੱਤਾ ਇਹ ਸੀ ਜਿਹੜਾ ਠੰਡਾ ਏਰੀਆ ਮੰਨਿਆ ਜਾਂਦਾ ਨਾਰਥ ਅਮਰੀਕਾ, ਤਾਂ ਇੱਥੇ ਕਾਫੀ ਜ਼ਿਆਦਾ ਚਾਂਸਿਸ ਸੀ ਔਰ ਦੁਨੀਆ ਪਰ ਦੇਖ ਰਹੇ ਸੀ। ਹਾਲਾਂਕਿ ਨਾਲ ਲੱਗਦਾ ਮੁਲਕ ਅਮਰੀਕਾ ਦੇ ਵਿੱਚ ਇਹ ਬਹੁਤ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਗਿਆ। ਬਿਲਕੁਲ। ਪਰ ਕੈਨੇਡਾ ਦੇ ਵਿੱਚ ਜਦੋਂ ਸਟਾਰਟਿੰਗ ਬ੍ਰਿਟਿਸ਼ ਕੋਲੰਬੀਆ ਤੋਂ ਹੋਈ ਸੀ, ਪਰ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਜਿਹੜੇ ਪ੍ਰਬੰਧਨ ਉਹਨਾਂ ਨੇ ਕੀਤੇ ਹੋਏ ਸੀ, ਉਸਨੇ ਬਹੁਤ ਇਸ ਦੀ ਤੇਜ਼ੀ ਦੇ ਨਾਲ ਗਤੀ ਇਹਦੀ ਘਟਾਈ ਔਰ ਹੌਲੀ ਹੌਲੀ ਕੇਸ ਘਟਦੇ ਚਲੇ ਗਏ। ਔਰ ਸਾਰੇ ਕੈਨੇਡਾ ਦੇ ਵਿੱਚ ਤੁਸੀਂ ਨਤੀਜੇ ਦੱਸ ਹੀ ਦਿੱਤੇ ਆ। ਜੇ ਗੱਲ ਮੇਰੇ ਭਾਰਤ ਮਹਾਨ ਦੀ ਗੱਲ ਕਰਦੇ ਹਾਂ, ਤਾਂ ਜਦੋਂ ਸਾਨੂੰ ਇਹ ਗੱਲ ਨਜ਼ਰ ਆਉਂਦੀ ਹੈ, ਭਾਰਤ ਨੂੰ ਛੋਟੇ ਹੁੰਦੇ ਤੋਂ ਸੁਣਦੇ ਆ ਰਹੇ ਭਾਰਤ ਏਕ ਔਰ ਧਰਮ ਅਨੇਕ, ਭਾਰਤ ਦੀਆਂ ਉਹ ਸਾਰੀਆਂ ਬਹੁਤ ਸਾਰੇ ਅਲੱਗ-ਅਲੱਗ ਭਾਸ਼ਾਵਾਂ ਤੇ ਉਹ ਸਾਰੇ ਸੂਬਿਆਂ ਦੇ ਰੰਗਾਂ ਦੇ ਨਾਲ ਉਸ ਨੂੰ ਮੁਲਕ ਮੰਨਿਆ ਜਾਂਦਾ। ਪਰ ਜਿਸ ਤਰੀਕੇ ਨਾਲ ਇਸ ਵੇਲੇ ਇੰਡੀਆ ਦੇ ਵਿੱਚ ਇਸ ਬਿਮਾਰੀ ਨੂੰ ਗੈਰ ਸੰਜੀਦਗੀ ਦੇ ਨਾਲ ਲਿਆ ਗਿਆ, ਉਸ ਦੀ ਚਰਚਾ ਵੀ ਆਉਣ ਵਾਲੇ ਇਤਿਹਾਸ ਦੇ ਵਿੱਚ ਹੋਣੀ ਹੈ। ਜਦੋਂ ਇਤਿਹਾਸ ਲਿਖਿਆ ਜਾਣਾ ਹੈ ਉਦੋਂ ਹੋਣਾ ਹੈ ਕਿ ਅਮਰੀਕਾ ਨੇ ਕੀ ਪ੍ਰਬੰਧ ਕੀਤੇ, ਕੈਨੇਡਾ ਨੇ ਕੀ ਕੀਤੇ, ਯੂਰਪੀਅਨ ਕੰਟਰੀ ਕੀ ਕਰਦੀਆਂ ਰਹੀਆਂ। ਔਰ ਉੱਥੇ ਇਸ ਗੱਲ ਦਾ ਵੀ ਜ਼ਿਕਰ ਹੋਣਾ ਹੈ ਕਿ ਦੇਸ਼ ਜਿਹੜਾ ਭਾਰਤ ਹੈ ਉਸ ਦੇ ਵਿੱਚ ਉਹਨਾਂ ਦਾ ਮੁਖੀ ਚੂੜੀਦਾਰ ਪਜਾਮੀ ਪਾ ਕੇ ਟੀਵੀ ਤੇ ਖੜ ਕੇ ਲੋਕਾਂ ਨੂੰ ਕਦੇ ਭਾਂਡੇ ਕੁੱਟਣ ਨੂੰ ਕਹਿੰਦਾ, ਕਦੇ ਮੋਮਬੱਤੀਆਂ ਜਗਾਉਣ ਨੂੰ ਕਹਿੰਦਾ, ਕਦੇ ਉਹ ਸਾਰੀਆਂ ਚੀਜ਼ਾਂ ਕਹਿੰਦਾ ਜਿਹਦਾ ਇਸ ਚੀਜ਼ ਦੇ ਨਾਲ ਲੈਣ ਦੇਣ ਕੋਈ ਨਹੀਂ। ਦੇਖੋ ਕਿੰਨੀ ਰੋਚਕ ਗੱਲ ਆ ਅਰਸ਼, ਕਿ ਜਦੋਂ ਮਾਰਚ ਦੇ ਵਿੱਚ ਜਾ ਕੇ ਇਹ ਸਾਰਾ ਪ੍ਰਕੋਪ ਸ਼ੁਰੂ ਹੋਇਆ, ਤਾਂ ਮਾਰਚ ਦੇ ਸੈਕੰਡ ਵੀਕ ਮੇਰੇ ਖਿਆਲ ਨਾਲ ਸੀਗਾ ਜਦੋਂ ਭਾਰਤ ਦੇ ਵਿੱਚ ਪਹਿਲੀ ਜਾਂ ਦੂਜੀ ਮੌਤ ਹੋਈ ਸੀ। ਜੀ ਬਿਲਕੁਲ। ਔਰ ਉਸ ਤੋਂ ਬਾਅਦ ਚੋਂ ਹੁਣ 3 ਮਹੀਨਿਆਂ ਦਾ ਵਕਫਾ ਨਿਕਲਿਆ, ਅਪ੍ਰੈਲ, ਮਈ, ਜੂਨ, ਹੁਣ ਵੀ ਸੈਕੰਡ ਵੀਕ ਹੈ ਨਾ। ਸੈਕੰਡ ਵੀਕ ਦੇ ਵਿੱਚ ਕੀ ਕਾਰਨ ਹੋਇਆ ਕਿ ਭਾਰਤ ਦੇ ਵਿੱਚ 3.25 ਲੱਖ ਤੋਂ ਉੱਪਰ ਬੰਦਾ ਚਲਿਆ ਗਿਆ ਔਰ 9000 ਦੇ ਕਰੀਬ ਮੌਤਾਂ ਵੀ ਹੋ ਗਈਆਂ, ਜਿੱਥੇ ਇੱਕ ਮੌਤ ਹੋਈ ਸੀ। ਬਹੁਤ ਵੱਡਾ ਡਾਟਾ। ਹੁਣ ਇਸ ਦੇ ਵਿੱਚ ਸਾਡਾ ਫੇਲੀਅਰ ਕਿੱਥੇ ਰਿਹਾ, ਕੀ ਕਾਰਨ ਹੋਏ? ਉਹ ਇਹ ਹੋਇਆ ਕਿ ਅੰਧ ਵਿਸ਼ਵਾਸ ਸਾਡੇ ਦੇਸ਼ ਦੇ ਵਿੱਚ ਬਹੁਤ ਭਰੂ ਹੈ। ਸਾਡੇ ਦੇਸ਼ ਦੇ ਵਿੱਚ ਤੁਹਾਨੂੰ ਸਿਰਫ ਤੇ ਸਿਰਫ ਆਸਥਾ ਰੱਖਣ ਵਾਸਤੇ ਸਿਖਾਇਆ ਜਾਂਦਾ, ਤੁਹਾਨੂੰ ਸਮਝਦਾਰੀ ਵਾਲਾ ਕੰਮ ਕੋਈ ਨਹੀਂ ਸਿਖਾਇਆ ਜਾਂਦਾ, ਤੁਹਾਨੂੰ ਤਰਕ ਕਰਨ ਦੀ ਕਦੇ ਨਹੀਂ ਕਿਹਾ ਜਾਂਦਾ, ਤੁਹਾਨੂੰ ਵਿਗਿਆਨਿਕ ਸੋਚ ਤੋਂ ਦੂਰ ਲਿਜਾ ਕੇ ਜਿਹੜੀਆਂ 18ਵੀਂ ਸਦੀ ਦੀਆਂ ਸੀਗੀਆਂ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਚਾਹੇ ਤੁਹਾਡੇ ਰਾਜ ਕਰਨ ਵਾਲੇ ਲੋਕ ਨੇ
ਜਾਂ ਫਿਰ ਹੋਰ ਜਿਹੜੇ ਮੂੰਹ ਤੇ ਮਿੱਟੀ ਮਲੀ ਬੈਠੇ ਆ ਉੱਥੇ, ਕੋਈ ਸਾਧਾਂ ਦੇ ਰੂਪ 'ਚ, ਕੋਈ ਕਿਸੇ ਦੇ ਰੂਪ 'ਚ, ਉਹ ਸਾਰੇ ਲੋਕ ਇਹਦੇ ਵਿੱਚ ਰੋਲ ਨਿਭਾ ਰਹੇ ਆ ਜੀ। ਪ੍ਰਧਾਨ ਮੰਤਰੀ ਦਾ ਮੈਂ ਜ਼ਿਕਰ ਕਰ ਦਿੱਤਾ ਹੈ ਕਿ ਭਾਂਡੇ ਖੜਕਾ ਤੇ ਮੋਮਬੱਤੀਆਂ ਜਗਾਤੀਆਂ। ਮੈਂ ਤਾਂ ਇਹ ਵੀ ਲੱਗਦਾ ਸੀ ਵੀ ਕਦੇ ਕਦਾਈ ਇਹ ਨਾ ਕਹਿ ਦੇਣ ਕਿ ਫਲਾਣੀ ਤਰੀਕ ਨੂੰ ਫਲਾਣੇ ਵਜੇ ਰਾਤ ਨੂੰ ਚਾਕੂ ਘੁਮਾਓ, ਕੀ ਪਤਾ ਕਰੋਨਾ ਵਾਇਰਸ ਜ਼ਖਮੀ ਹੋ ਥੱਲੇ ਡਿੱਗ ਜੇ। ਜਾਂ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਇਹ ਵੀ ਨਾ ਕਹਿ ਦੇ ਕਿ ਫਲਾਣੀ ਤਰੀਕ ਨੂੰ ਇੰਨੇ ਵਜੇ ਕੇ ਇੰਨੇ ਮਿੰਟ ਤੇ ਇੰਨੀ ਦੇਰ ਵਾਸਤੇ ਸਾਹ ਰੋਕਣਾ ਹੈ, ਜਿਹਦੇ ਅੰਦਰ ਕਰੋਨਾ ਵਾਇਰਸ ਹੋਇਆ ਅੰਦਰ ਸਾਹ ਘੁੱਟ ਕਰੋਨਾ ਵਾਇਰਸ ਨੇ ਮਰ ਜਾਣਾ। ਕਰ ਸਕਦੇ ਆ ਉੱਥੇ। ਇਹ ਉਹ ਸਾਰੀਆਂ ਚੀਜ਼ਾਂ ਦਾ ਨਤੀਜਾ ਹੈ। ਇਹ ਮੈਂ ਤਾਂ ਕਹਿ ਰਿਹਾ ਕਿ ਮੱਧ ਪ੍ਰਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ। ਉੱਥੇ ਇੱਕ ਕੇਸ ਸਾਹਮਣੇ ਆਇਆ, ਰਤਲਾਮ ਇੱਕ ਥਾਂ ਹੈ ਉੱਥੇ ਜੀ, ਉੱਥੇ ਦਾ ਇੱਕ ਉਹ ਬਿਲਕੁਲ ਸਾਧ, ਜਿਹਨੂੰ ਦੁੱਕੀ ਦਾ ਸਾਧ ਕੋਈ ਪੁੱਛੇ ਨਾ ਗਿੱਛੇ ਨਾ, ਉੱਥੇ ਬੈਠਾ ਉਹ ਲੋਕਾਂ ਨੂੰ ਐਲਾਨ ਕਰਦਾ ਕਿ ਕਰੋਨਾ ਵਾਇਰਸ ਵਾਲਾ ਕੋਈ ਬੜਾ ਵੱਡਾ ਮਸਲਾ ਨਹੀਂ, ਤੁਸੀਂ ਆਓ ਮੈਂ ਤੁਹਾਨੂੰ ਹੱਥ ਚੁੰਮੂਗਾ ਤੇ ਤੁਹਾਡਾ ਕਰੋਨਾ ਵਾਇਰਸ ਗਾਇਬ। ਕਿਸ ਬਾਬੇ ਦੇ ਨਾਂ ਨਾਲ ਜਾਣਿਆ ਜਾਂਦਾ ਉਸ ਬਾਬੇ ਨੂੰ? ਤੇ ਉਹ ਕਿਸ ਬਾਬਾ ਆਪ ਉਸ ਕਰੋਨਾ ਵਾਇਰਸ ਦੀ ਲਪੇਟ ਚ ਆ ਕੇ ਤੇ ਮਰ ਗਿਆ। ਬਿਲਕੁਲ। ਔਰ ਇਸ ਅੰਧ ਵਿਸ਼ਵਾਸਤਾ ਦੇ ਵਿੱਚ ਮੈਂ ਸਮਝਦਾ ਕਿ ਸਰਕਾਰਾਂ ਕਿੱਥੇ ਖੜੀਆਂ ਨੇ। ਸਰਕਾਰਾਂ ਨੂੰ ਪਤਾ ਨਹੀਂ ਲੱਗਦਾ ਵੀ ਉਹਨਾਂ ਦੇ ਅੰਡਰ ਆ ਸਾਰਾ ਕੁਝ ਹੋ ਰਿਹਾ। ਉਹ ਲੱਗਦਾ ਹੈ ਕਿ ਸਰਕਾਰਾਂ ਦੀ ਮਾਨਸਿਕਤਾ ਵੀ ਉਸ ਰਤਲਾਮ ਵਾਲੇ ਬਾਬੇ ਵਰਗੀ ਆ। ਇਸ ਤੋਂ ਪਹਿਲਾਂ ਸਰਕਾਰਾਂ ਦੇ ਵਿੱਚ ਉੱਚੀਆਂ ਪਦਵੀਆਂ ਤੇ ਇਸ ਵੇਲੇ ਜਨਸੰਘ, RSS, BJP ਦੇਸ਼ ਦੇ ਵਿੱਚ ਰਾਜ ਕਰ ਰਹੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਇਸ ਵੇਲੇ ਦੇਸ਼ ਦੇ ਵਿੱਚ ਜਦੋਂ ਕਰੋਨਾ ਵਾਇਰਸ ਦਾ ਪ੍ਰਕੋਪ ਹੋਣਾ ਸ਼ੁਰੂ ਹੋਇਆ ਤਾਂ BJP ਤੇ RSS ਤੇ ਜਿਹੜੇ BJP ਦੇ ਵੱਡੇ ਵੱਡੇ ਲੀਡਰ ਸੀ ਤਾਂ ਉਹਨਾਂ ਦੇ ਬਿਆਨ ਇਸ ਤਰ੍ਹਾਂ ਦੇ ਆ ਗਏ ਕਿ ਕਰੋਨਾ ਵਾਇਰਸ ਇੱਥੇ ਤਾਂ ਵੜ ਨਹੀਂ ਸਕਦਾ, ਸਾਡੇ ਤਾਂ ਗਊ ਬਹੁਤ ਭਾਰੀ ਹੈ, ਕੋਈ ਗਊ ਦਾ ਪਿਸ਼ਾਬ ਪੀ ਰਿਹਾ, ਕੋਈ ਉਹਦਾ ਗੋਹਾ ਕਰ ਰਿਹਾ, ਕੋਈ ਕੁਛ ਕਰ ਰਿਹਾ। ਕਿਸ ਪਾਸੇ ਨੂੰ ਲੋਕਾਂ ਨੂੰ ਲਾਇਆ ਹੋਇਆ? ਮਤਲਬ ਤੁਸੀਂ ਇੱਕ ਪਾਸੇ ਤਾਂ ਦੁਨੀਆ ਗੱਲ ਕਰ ਰਹੀ ਹੈ ਕਿ ਚੰਦ ਤੇ ਜਾ ਕੇ ਕੈਲਨੀਜ਼ ਕੱਟਣੀਆਂ ਨੇ ਤੇ ਦੂਜੇ ਪਾਸੇ ਅਸੀਂ ਪਤਾਲ ਵੱਲ ਨੂੰ ਤੁਰੇ ਹੋਏ ਹਾਂ। ਉਹ ਸਾਰੀ ਚੀਜ਼ ਦਾ ਇਹ ਨਤੀਜਾ ਹੈ ਕਿ ਦੇਸ਼ ਜਿਹੜੀਆਂ ਬਾਕੀ ਚੀਜ਼ਾਂ ਚੰਗੀਆਂ ਨੂੰ ਛੱਡ ਕੇ ਮਾੜੀਆਂ ਚੀਜ਼ਾਂ ਵੱਲ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਦੁਨੀਆ ਦੇ ਵਿੱਚ ਅਮਰੀਕਾ 21 ਲੱਖ ਕਰੋਨਾ ਕੇਸਾਂ ਦੇ ਨਾਲ ਦੁਨੀਆ ਦੇ ਵਿੱਚ ਸਭ ਤੋਂ ਅੱਗੇ ਹੈ। ਇੰਡੀਆ ਦਾ ਸਥਾਨ 18ਵੇਂ ਤੇ 19ਵੇਂ ਨੰਬਰ ਤੇ ਸੀ। ਹੁਣ ਇੰਡੀਆ ਦੇ ਜਿਹੜੀ ਹਾਲਾਤ ਹੋਈ ਪਈ ਹੈ, 3.25 ਲੱਖ ਤੋਂ ਉੱਪਰ ਕੇਸ, ਔਰ ਰਾਜਧਾਨੀ ਦੇ ਵਿੱਚ ਵੀ ਮੇਰੇ ਖਿਆਲ ਨਾਲ ਲੱਖ ਕੇਸ ਜਾਂ ਮਹਾਰਾਸ਼ਟਰ ਦੇ ਵਿੱਚ ਹੋਇਆ ਪਿਆ, ਜਿਹੜਾ ਬਹੁਤ ਸਾਰੇ ਦੇਸ਼ਾਂ ਤੋਂ ਇੱਕੋ ਸਟੇਟ ਦੇ ਵਿੱਚ ਸਭ ਤੋਂ ਵੱਧ ਹੈ। ਔਰ ਇਸ ਦਾ ਹੱਲ ਕੀ ਹੋਣਾ? ਜਿਸ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਵੱਧ ਰਹੀਆਂ ਨੇ, ਜਿਸ ਤਰੀਕੇ ਨਾਲ ਇਹ ਹਾਲਾਤ ਬਣਦੇ ਜਾ ਰਹੇ ਆ, ਕੀ ਇਹਨਾਂ ਦਾ ਕੋਈ ਹੱਲ ਹੋਊਗਾ? ਕੀ ਇਹਨਾਂ ਦਾ ਕੋਈ ਨਤੀਜਾ ਨਿਕਲ ਸਕਦਾ? ਉਹ ਸਾਰੇ ਦੇ ਸਾਰੇ ਜਿਹੜੇ ਡਾਟੇ ਨੇ ਬੜੇ ਡਰਾਉਣੇ ਨੇ। ਪਰ ਉਸ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਸਾਡਾ ਦੇਸ਼ ਦੀਆਂ ਸਰਕਾਰਾਂ ਇਸ ਪ੍ਰਤੀ ਚਿੰਤਤ ਹਨ। ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਤੇ ਸਾਡਾ ਗ੍ਰਹਿ ਮੰਤਰੀ, ਜਿਨ੍ਹਾਂ ਨੇ ਇਹ ਦੇਸ਼ ਨੂੰ ਚਲਾਉਣਾ ਹੁੰਦਾ, ਜਦੋਂ ਇੱਕ ਸੂਬੇ ਤੋਂ ਦੂਸਰੇ ਸੂਬੇ ਨੂੰ ਬਹੁਤ ਸਾਰਾ ਸਾਡੇ ਲੱਖਾਂ ਦੀ ਤਾਦਾਦ ਦੇ ਵਿੱਚ ਸਾਡੇ ਮਜ਼ਦੂਰ ਵਰਗ ਸੜਕਾਂ ਤੇ ਤੁਰਿਆ ਜਾ ਰਿਹਾ ਹੈ, ਬੱਚਿਆਂ ਨੂੰ 2-2 ਸਾਲ ਦੇ ਨੂੰ ਮੋਢਿਆਂ ਤੇ ਰੱਖ ਕੇ ਹਜ਼ਾਰਾਂ ਕਿਲੋਮੀਟਰ ਤੁਰੇ ਜਾ ਰਹੇ ਹੈ, ਉਸ ਵੇਲੇ ਨਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜ਼ੁਬਾਨ ਖੁੱਲ੍ਹਦੀ ਹੈ, ਨਾ ਦੇਸ਼ ਦੇ ਗ੍ਰਹਿ ਮੰਤਰੀ ਦੀ ਜ਼ੁਬਾਨ ਖੁੱਲ੍ਹਦੀ ਹੈ, ਨਾ ਹੀ ਵੱਖ-ਵੱਖ ਸੂਬਿਆਂ ਦੇ ਵਿੱਚ ਸੱਤਾ ਦੇ ਵਿੱਚ ਬੈਠੇ ਲੋਕਾਂ ਦੀਆਂ ਨਜ਼ਰਾਂ ਹੁੰਦੀਆਂ ਨੇ। ਪਰ ਹਾਂ, ਬਿਹਾਰ ਵਰਗਾ ਜਿਹੜਾ ਅਤਿਅੰਤ ਗਰੀਬ ਸੂਬਾ ਹੈ, ਉਸ ਦੇ ਵਿੱਚ ਜਦੋਂ ਚੋਣਾਂ ਦੀ ਗੱਲ ਆਉਂਦੀ ਹੈ, ਕਿਉਂਕਿ ਅਕਤੂਬਰ ਦੇ ਵਿੱਚ ਚੋਣਾਂ ਨੇ, ਤਾਂ ਸਾਡੇ ਦੇਸ਼ ਦਾ ਗ੍ਰਹਿ ਮੰਤਰੀ 70,000 LEDਆਂ ਲਾ ਕੇ ਵਰਚੁਅਲ ਉਹਨਾਂ ਨਾਲ ਕਨੈਕਸ਼ਨ ਦੀ ਤਾਂ ਕੋਸ਼ਿਸ਼ ਕਰਦਾ। ਪਰ ਜਿਹੜੇ ਉਹਨਾਂ ਨਾਲ ਕਨੈਕਸ਼ਨ ਹੋਣਾ ਚਾਹੀਦਾ ਸੀ, ਜਿਹੜੇ ਉਹਨਾਂ ਵਾਸਤੇ ਪ੍ਰਬੰਧ ਹੋਣੇ ਚਾਹੀਦੇ ਸੀ, ਉਹ ਬਿਲਕੁਲ ਜ਼ੀਰੋ ਲੈਵਲ ਦੇ ਉੱਥੇ ਪ੍ਰਬੰਧ ਹੋਏ ਆ। ਸੋ ਉਹਨਾਂ ਸਾਰੀਆਂ ਚੀਜ਼ਾਂ ਨੇ ਅਰਸ਼ ਇਸ ਗੱਲ ਨੂੰ ਸਾਬਤ ਕਰਤਾ ਹੈ। ਹਾਂ, ਇਸ ਗੱਲ ਦਾ ਕਰੋਨਾ ਵਾਇਰਸ ਦੀ ਇੱਕ, ਜਿੱਥੇ ਮੈਂ ਸਮਝਦਾ ਕਿ ਕਿਸੇ ਨੂੰ ਮਾਂ ਬਾਦੀ, ਕਈਆਂ ਨੂੰ ਸਵਾਦੀ, ਇਹ ਵੀ ਹੋ ਜਾਂਦੇ ਆ। ਜਿਵੇਂ ਗੱਲ ਉਸ ਦੇਸ਼ ਤੋਂ ਇਸ ਪਾਸੇ ਨੂੰ ਸੂਬੇ ਪੰਜਾਬ ਵੱਲ ਨੂੰ ਆਉਣਾ ਹੈ, ਤਾਂ ਪੰਜਾਬ ਦੇ ਵਿੱਚ ਇਹ ਗੱਲ ਦੇਖਣ ਨੂੰ ਮਿਲੀ ਹੈ ਕਿ ਕੈਪਟਨ ਅਮਰਿੰਦਰ ਨੇ ਸ਼ੁਰੂ ਤੋਂ ਸਖਤਾਈ ਦਿਖਾਈ ਸੀ। ਸਖਤਾਈ ਹੋਣ ਦੇ ਨਾਲ ਲੋਕਾਂ ਨੇ ਮੁਖਾਲਫਤ ਵੀ ਕੀਤੀ, ਵਿਰੋਧ ਵੀ ਕੀਤੇ। ਪਰ ਜਿਹੜੇ ਲੋਕ ਬਹੁਤ ਸਾਰੇ ਫਜ਼ੂਲ ਖਰਚੀਆਂ ਦੇ ਵਿੱਚ ਪਏ ਹੋਏ ਸੀ, ਬਹੁਤ ਵੱਡੇ ਵੱਡੇ ਵਿਆਹਾਂ ਕਰਨ ਦਾ, ਸਾਡੇ ਨੱਕ ਵੱਢਣ ਦਾ, ਨੱਕ ਦੀ ਲਾਜ ਰੱਖਣ ਦਾ ਜਿਹੜਾ ਰਿਵਾਜ ਚੱਲਿਆ ਹੋਇਆ, ਉਹ ਸਾਰੀ ਚੀਜ਼ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਖਬਰਾਂ ਇਸ ਤਰ੍ਹਾਂ ਦੀਆਂ ਆਈਆਂ ਕਿ ਲੋਕਾਂ ਨੇ ਸਾਦੇ ਵਿਆਹਾਂ ਵੱਲ ਨੂੰ ਵਧਣਾ ਸ਼ੁਰੂ ਕੀਤਾ। ਔਰ ਜਿਹੜੇ ਆਮ ਲੋਕ ਸੀ, ਜਿਹੜੇ ਕਾਰੋਬਾਰ ਕਰਦੇ ਸੀ, ਸੜਕਾਂ ਦੇ ਗਲੀਆਂ ਦੇ ਵਿੱਚ ਦੁਕਾਨਾਂ ਸੀ, ਟੈਂਟਾਂ ਦਾ ਕੰਮ ਦੁਬਾਰਾ ਫੇਰ ਚੱਲ ਪਿਆ। ਉਹਨਾਂ ਦੇ ਜਿਹੜੇ ਕਰਿਆਨੇ ਦੀਆਂ ਦੁਕਾਨਾਂ ਸੀ, ਉਹਨਾਂ ਨੂੰ ਕਾਫੀ ਸਾਰਾ ਫਾਇਦਾ। ਹਾਲਾਂਕਿ ਦੂਜੇ ਪਾਸੇ ਜਿਹੜੇ ਕਰੋੜਾਂ ਰੁਪਇਆ ਲਾ ਕੇ ਮੈਰਿਜ ਪੈਲੇਸ ਬਣਾਏ ਸੀ, ਉਹਨਾਂ ਦਾ ਵਪਾਰ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਦੇ ਵਿੱਚ ਗਿਆ। ਸੋ ਹੁਣ ਜਿਹੜੀ ਸਥਿਤੀ ਭਾਰਤ ਦੀ ਬਣਦੀ ਜਾ ਰਹੀ ਹੈ,
18ਵੇਂ ਤੋਂ ਚੌਥੇ ਨੰਬਰ ਤੇ ਆ ਗਿਆ ਔਰ ਜਿਸ ਤਰੀਕੇ ਨਾਲ ਤੇਜ਼ੀ ਨਾਲ 11 ਤੋਂ 12,000 ਦਾ ਕੇਸ ਇਹਨਾਂ ਦਿਨਾਂ ਦੇ ਵਿੱਚ ਪਰ ਡੇ ਆ ਰਿਹਾ ਹੈ। ਆਉਂਦਾ ਸਮਾਂ ਮੈਨੂੰ ਲੱਗਦਾ ਕਿ ਪਹਿਲੇ ਜਾਂ ਦੂਜੇ ਸਥਾਨ ਤੇ ਬ੍ਰਾਜ਼ੀਲ ਰਸ਼ੀਆ ਦੇ ਨਾਲ ਇਹ ਖੜਾ, ਤਾਂ ਇਹ ਵੀ ਹੋ ਸਕਦਾ ਕਿ ਆਉਂਦੇ ਸਮੇਂ ਦੇ ਵਿੱਚ ਭਾਰਤ ਅਮਰੀਕਾ ਦੇ ਨੇੜੇ ਜਾ ਟੁਕੇ। ਪਰ ਇਟਲੀ ਦੇ ਪ੍ਰਧਾਨ ਮੰਤਰੀ ਨੂੰ ਤਾਂ ਉੱਥੇ ਦੇ ਵਕੀਲਾਂ ਨੇ ਘੇਰ ਲਿਆ ਬਿਲਕੁਲ ਵੀ ਤੁਸੀਂ ਇਸ ਤਰ੍ਹਾਂ ਦਾ ਫੈਸਲਾ ਪਹਿਲਾਂ ਕਿਉਂ ਨਹੀਂ ਲਿਆ। ਪਰ ਹੈ ਸਾਡੇ ਕਿਸੇ ਮੀਡੀਆ 'ਚ ਹਿੰਮਤ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੁੱਛ ਲੈ ਵੀ ਤੂੰ ਮੋਮਬੱਤੀਆਂ ਕਿਉਂ ਜਗਵਾਉਂਦਾ ਰਿਹਾ, ਤੂੰ ਭਾਂਡੇ ਕਿਉਂ ਕਟਵਾਉਂਦਾ ਰਿਹਾ, ਤੂੰ ਅਸਲ 'ਚ ਉਹਨਾਂ ਦੇ ਪ੍ਰਬੰਧ ਕਿਉਂ ਨਾ ਕਰਵਾਏ। ਕਿਉਂਕਿ ਸਾਡੇ ਉੱਥੇ ਸਾਰੇ ਦੇ ਸਾਰੇ ਆਸਥਾ ਦੇ ਵਿੱਚ ਜਿਉਂਦੇ ਆ, ਕਿਸੇ ਦੀ ਹਿੰਮਤ ਨਹੀਂ ਹੈ ਕਿ ਕਿਸੇ ਦੇ ਖਿਲਾਫ ਬੋਲੇ, ਤਾਂ ਕਰਕੇ ਸਾਡੇ ਹਾਲਤ ਨੇ ਜਿਹੜੇ ਵੱਧ ਤੋਂ ਵੱਧ। ਪਹਿਲੀ ਗੱਲ ਤਾਂ ਇੱਥੇ ਇਹ ਸਾਹਮਣੇ ਆਉਂਦੀ ਹੈ ਕਿ ਗਾਈਡਲਾਈਨਸ ਜਦੋਂ ਜਾਰੀ ਕੀਤੀਆਂ ਗਈਆਂ ਸੀ, ਮੈਂ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਸਾਡੇ ਲੋਕ ਜਿਹੜੇ ਗਾਈਡਲਾਈਨਸ ਫੋਲੋ ਕਰ ਰਹੇ ਨੇ। ਚਾਰजेस ਦੀ ਜੇ ਗੱਲ ਕਰੀਏ, ਚਾਰजेस ਲਗਾ ਰਹੇ ਨੇ, ਫਾਈਨ ਲਗਾਏ ਜਾ ਰਹੇ ਨੇ। ਅਸੀਂ ਆਪਣੇ ਇੱਥੇ ਵੈਨਕੂਵਰ ਸਰੀ ਸ਼ਹਿਰ ਦੀ ਵੀ ਗੱਲ ਕਰ ਲਈਏ, ਇੱਥੇ ਬਾਇਲੋ ਆਫੀਸਰਸ ਕਹਿੰਦੇ ਆ ਕਿ ਅਸੀਂ ਵਾਰਨਿੰਗਸ ਜ਼ਰੂਰ ਦਿੱਤੀਆਂ ਨੇ ਥੋੜੀਆਂ ਬਹੁਤ, ਪਰ ਅਸੀਂ ਕਿਸੇ ਨੂੰ ਵੀ ਚਾਰजेस ਨਹੀਂ ਲਗਾਏ, ਕਿਸੇ ਨੂੰ ਵੀ ਕੋਈ ਫਾਈਨ ਨਹੀਂ ਲਗਾਇਆ, ਪਰ ਲੋਕ ਖੁਦ ਸਮਝਦਾਰ ਨੇ। ਹੁਣ ਅਸੀਂ ਭਾਰਤ ਪੰਜਾਬ ਦੀ ਗੱਲ ਕਰ ਲਈਏ, ਮੈਨੂੰ ਲੱਗਦਾ ਹੈਗਾ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਉਹਨਾਂ ਨੂੰ ਕਹਿ ਦਿੰਦੇ ਨੇ ਆਹ ਕੰਮ ਨਹੀਂ ਕਰਨਾ, ਤੇ ਸਾਡੀ ਸ਼ਾਇਦ ਮੈਂਟੈਲਿਟੀ ਇਹ ਹੈ ਕਿ ਕਿਉਂ ਨਹੀਂ ਕਰਨਾ, ਅਸੀਂ ਕਰਕੇ ਦੇਖੀਏ। ਉਹ ਜਦੋਂ ਕਿਹਾ ਕਿ ਲੋਕ ਬਾਹਰ ਨਹੀਂ ਆ ਰਹੇ, ਸਾਰੀਆਂ ਗਲੀਆਂ ਸਟਰੀਟ ਖਾਲੀ ਨੇ, ਉਹ ਲੋਕ ਫਿਰ ਵੀ ਬਾਹਰ ਜਾ ਕੇ ਦੇਖਦੇ ਕਿ ਦੇਖ ਕੇ ਤਾਂ ਆਈਏ ਬਾਹਰ ਕੀ ਹੁੰਦਾ ਪਿਆ, ਸੱਚਮੁੱਚ 'ਚ ਖਾਲੀ ਹੈ ਕਿ ਨਹੀਂ ਖਾਲੀ, ਸੱਚਮੁੱਚ ਦੇ ਵਿੱਚ ਲੋਕ ਬਾਹਰ ਗਏ ਹੋਏ ਕਿ ਨਹੀਂ ਗਏ ਹੋਏ। ਅਸੀਂ ਜਿਹੜੀ ਚੀਜ਼ ਨੂੰ ਜਿਵੇਂ ਛੋਟੇ ਬੱਚੇ ਨੂੰ ਕਹਿੰਦੇ ਆ ਕਿ ਤੁਸੀਂ ਜੇ ਹੁਣ ਬਿਜਲੀ ਦੀ ਸਵਿੱਚ ਹੈ, ਬਿਜਲੀ ਦਾ ਬੋਰਡ ਹੈਗਾ ਆ, ਉਹਨੂੰ ਕਹਿੰਦੇ ਆ ਬੱਚੇ ਤੂੰ ਹੱਥ ਨਾ ਲਾਈ, ਬੱਚਾ ਜਾਣ ਕੇ ਲਾ ਕੇ ਦੇਖ ਕੇ ਆਉਂਦਾ ਹੈ ਵੀ ਕਿਉਂ ਝੂਠ ਮਾਰਦੇ ਆ ਜਾਂ ਕੀ ਕਹਿੰਦੇ ਆ, ਕੀ ਹੈ ਇਹਦੇ ਵਿੱਚ। ਸੋ ਸਾਡੀ ਮੈਂਟੈਲਿਟੀ ਇਹ ਹੈ ਕਿ ਜਿੱਥੇ ਸਾਨੂੰ ਸਿਖਾਇਆ ਗਿਆ ਕੰਮ ਨਹੀਂ ਕਰਨਾ, ਅਸੀਂ ਜ਼ਰੂਰ ਉਹ ਕੰਮ ਕਰਦੇ ਹਾਂ। ਫਿਰ ਦੂਜੀ ਗੱਲ ਤੇ ਅਸੀਂ ਸਰਕਾਰਾਂ ਦੀ ਵੀ ਗੱਲ ਕਰ ਰਹੇ ਹਾਂ। ਸਰਕਾਰਾਂ ਦੇ ਵਿੱਚ ਹੁਣ ਜਿਹੜੇ ਪੈਕੇਜ ਦਿੱਤੇ ਗਏ ਨੇ, ਐਲਾਨੇ ਗਏ ਨੇ, ਪਰ ਮਿਲਿਆ ਕਿਸੇ ਨੂੰ ਕੋਈ ਨਹੀਂ। ਇਹ ਬਹੁਤ ਦੁੱਖ ਗੱਲ ਹੈਗੀ ਹੈ ਕਿ ਜਿਹੜੇ ਲੋਕ ਜਿਨ੍ਹਾਂ ਨੇ ਹਰ ਦਿਨ ਕਮਾ ਕੇ ਸ਼ਾਮ ਨੂੰ ਉਸੇ ਦਾ ਹੀ ਖਾਣਾ ਹੈਗਾ ਆ, ਉਹ ਕਿੱਥੋਂ ਖਾਣਗੇ? ਉਹ ਭੁੱਖਮਰੀ ਦੇ ਨਾਲ ਮਰ ਰਹੇ ਨੇ। UN ਨੇ ਕਹਿ ਦਿੱਤਾ ਹੈ ਕਿ ਛੋਟੇ ਬੱਚੇ ਬਾਲ ਮਜ਼ਦੂਰੀ ਕਰਨ ਤੇ ਮਜਬੂਰ ਹੋ ਜਾਣਗੇ, ਫੂਡ ਕ੍ਰਾਈਸਿਸ ਆ ਜਾਏਗਾ। ਸੋ ਉਹਦੇ ਲਈ ਸਰਕਾਰਾਂ ਨੂੰ ਜ਼ਰੂਰ ਇਨੀਸ਼ੀਏਟਿਵ ਲੈਣਾ ਪੈਣਾ। ਪੰਜਾਬ ਦੀ ਅਸੀਂ ਗੱਲ ਕਰ ਰਹੇ ਸੀ, ਪੰਜਾਬ ਦੇ ਵਿੱਚ ਕੁਝ ਦਿਨ ਪਹਿਲਾਂ ਖਬਰਾਂ ਆ ਰਹੀਆਂ ਸੀ ਕਿ ਉੱਥੇ ਕੇਸ ਇੰਨੇ ਨਹੀਂ ਹੈਗੇ, ਪਰ ਇੱਕ ਦਿਨ ਦੇ ਵਿੱਚ ਹੀ ਕੇਸ ਵੱਧ ਗਏ ਨੇ। 90 ਕੇਸ ਇੱਕ ਦਿਨ ਦੇ ਵਿੱਚ ਆਉਣੇ ਬਹੁਤ ਵੱਡੀ ਗੱਲ ਹੈਗੀ ਹੈ। ਫਿਰ ਮੁੱਖ ਮੰਤਰੀ ਦੇ ਵੱਲੋਂ ਜੋ ਕਿਹਾ ਜਾ ਰਿਹਾ ਹੈਗਾ ਆ, ਵਰਚੁਅਲ ਕਾਨਫਰੰਸ ਕੀਤੀ ਜਾ ਰਹੀ ਹੈ, ਉਹਨਾਂ ਨੇ ਲੋਕਾਂ ਦੇ ਗੱਲਾਂ ਦੇ ਜਵਾਬ ਵੀ ਦਿੱਤੇ ਨੇ ਕਿ ਅਸੀਂ ਜਿਹੜਾ ਲਾਕਡਾਊਨ ਹੈਗਾ 2 ਦਿਨਾਂ ਦੇ ਲਈ ਫੇਰ ਕਰਨ ਜਾ ਰਹੇ ਹੈਗੇ ਆ। ਜਿਹੜੇ ਦਿੱਲੀ ਤੋਂ ਕੋਈ ਆ ਰਿਹਾ ਹੈਗਾ ਆ, ਉਹਨਾਂ ਨੂੰ ਤੁਸੀਂ ਦੇਖੋ, ਉਹਨਾਂ ਨੂੰ ਚੈੱਕ ਕਰੋ ਕਿ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਕਿਵੇਂ ਆ ਰਹੀਆਂ ਨੇ, ਉਹਨਾਂ ਦੀ ਸਖਤੀ ਦੇ ਨਾਲ ਜਿਹੜੀ ਹੋਣੀ ਚਾਹੀਦੀ ਹੈਗੀ ਹੈ, ਦੇਖ ਰੇਖ ਹੋਣੀ ਚਾਹੀਦੀ ਹੈ ਕਿ ਕੋਈ ਕਰੋਨਾ ਕੇਸ ਤਾਂ ਨਹੀਂ ਆ ਰਿਹਾ। ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਕਰੋਨਾ ਦੀ ਸਥਿਤੀ ਅੱਗੇ ਜਾ ਕੇ ਕਿਸ ਤਰ੍ਹਾਂ ਹੋਏਗੀ? ਦੇਖੋ, ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਕੈਪਟਨ ਅਮਰਿੰਦਰ ਉਹਨਾਂ ਨੇ ਸਟਾਰਟਿੰਗ 'ਚ ਕਠੋਰ ਸਟੈਪ ਲਏ। ਕਠੋਰ ਸਟੈਪ ਲੈਣ ਦੇ ਨਾਲ ਕਿਤੇ ਨਾ ਕਿਤੇ ਪੰਜਾਬ ਨੂੰ ਉਸ ਗੱਲ ਦਾ ਫਾਇਦਾ ਵੀ ਹੋਇਆ। ਹੁਣ ਜਿਹੜੀ ਇਸ ਵੇਲੇ ਫਿਰ ਇੱਕ ਵਾਰੀ ਗਤੀ ਜਿਹੜੀ ਤੇਜ਼ੀ ਦੇ ਨਾਲ ਦਿੱਲੀ ਹੈ, ਦਿੱਲੀ ਕਿਉਂਕਿ ਜਿਹੜਾ NRC ਹੈ ਤੇ ਉਹ ਜਿਹੜਾ ਨੈਸ਼ਨਲ ਕੈਪੀਟਲ ਦਾ ਰੀਜ਼ਨ ਹੈ ਸਾਰੇ ਦਾ ਸਾਰਾ ਨਾਲ ਹੈ, ਤਾਂ ਉਹਦੇ ਵਿੱਚ ਪੰਜਾਬ ਵੀ ਉੱਥੋਂ 200-250 ਕਿਲੋਮੀਟਰ ਪੈਂਦਾ। ਸੋ ਵੱਡੀ ਗਿਣਤੀ ਦੇ ਲੋਕ ਕਮਿਊਟ ਕਰਦੇ ਆ, ਟਰੈਵਲ ਕਰਦੇ ਆ। ਸੋ ਸਰਕਾਰ ਨੇ ਫੈਸਲਾ ਜਿਵੇਂ ਤੁਸੀਂ ਦੱਸਿਆ ਲਿਆ ਕਿ ਬਾਰਡਰ ਤੇ ਆ ਕੇ ਉਹਨਾਂ ਦੀ ਪੂਰੀ ਦੀ ਪੂਰੀ ਸਕਰੂਟਨਿੰਗ ਹੋਇਆ ਕਰੂਗੀ, ਉਹਦਾ ਚੈੱਕਅਪ ਹੋਊਗਾ। 2 ਦਿਨ ਵੀਕਐਂਡ ਵਾਲੇ ਦਿਨ ਨੇ ਜਿਹੜੇ, ਉਹ 'ਚ ਸੈਟਰਡੇ ਔਰ ਸੰਡੇ, ਸਰਕਾਰ ਨੇ ਸਖਤੀ ਨਾਲ ਇਹ ਕਿਹਾ ਕਿ ਇਸ ਦਿਨ ਅਸੀਂ ਸਖਤੀ ਨਾਲ ਕਿਸੇ ਨੂੰ ਬਾਹਰ ਨਹੀਂ ਨਿਕਲਣ ਦਿਆਂਗੇ, ਸਾਰੇ ਦੇ ਸਾਰੇ ਲੋਕ ਅੰਦਰ ਰਹਿਣਗੇ। ਪਰ ਇਸ ਮਾਮਲੇ 'ਚ ਕਿਤੇ ਨਾ ਕਿਤੇ ਸਿਆਸਤ ਵੀ ਹੈਗੀ ਆ। ਸਿਆਸਤ ਇਸ ਕਰਕੇ ਆ, ਜਿਵੇਂ ਆਪਾਂ ਦਿੱਲੀ ਦੀ ਗੱਲ ਕਰਦੇ ਹਾਂ, ਦਿੱਲੀ ਦੇ ਵਿੱਚ ਖਬਰਾਂ ਆ ਰਹੀਆਂ ਨੇ ਕਿ ਦਿੱਲੀ ਦੇ ਵਿੱਚ ਇੱਕ ਡਾਟਾ ਹੈ, ਜਿਹੜਾ ਮ੍ਰਿਤਕਾਂ ਦਾ ਡਾਟਾ ਹੈ, ਉਹ ਡਾਟਾ ਬਹੁਤ ਜ਼ਿਆਦਾ, ਪਰ ਸਰਕਾਰਾਂ ਵੱਲੋਂ ਉਸ ਨੂੰ ਲੁਕੋ ਕੇ ਰੱਖਿਆ ਜਾ ਰਿਹਾ ਹੈ। ਖਬਰਾਂ ਇਹ ਵੀ ਨੇ ਕਿ ਦਿੱਲੀ ਦੇ ਜਿਹੜੇ ਸ਼ਮਸ਼ਾਨ ਘਾਟ ਦੀਆਂ ਐਂਟਰੀਆਂ ਨੇ ਜਿਹੜੀਆਂ ਉੱਥੇ ਦਿਖਾਈਆਂ ਜਾ ਰਹੀਆਂ ਨੇ, ਉਹ ਤਾਂ 2000 ਦੇ ਕਰੀਬ ਨੇ, ਪਰ ਸਰਕਾਰ ਦਾ ਡਾਟਾ 1000 ਤੋਂ ਵੀ ਥੱਲੇ ਬੋਲਦਾ। ਇਹ ਵੀ ਸਵਾਲ ਖੜੇ ਕਰਦਾ ਕਿ ਸਰਕਾਰਾਂ ਨੂੰ ਕੀ ਕਾਰਨ ਪੈ ਰਹੇ ਨੇ, ਉਹ ਇਹ ਸਾਰੀਆਂ ਚੀਜ਼ਾਂ ਨੂੰ ਨਹੀਂ ਕਰਦੇ। ਇੱਥੇ ਪੰਜਾਬ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੋਇਆ। ਪੰਜਾਬ ਦੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਬਹੁਤ ਸਾਰੀਆਂ ਚਾਲਾਂ ਚਲੀਆਂ ਗਈਆਂ। ਪਹਿਲਾਂ ਅਨੰਦਪੁਰ ਸਾਹਿਬ ਦੀ ਗੱਲ ਹੋਈ ਕਿ ਜੀ ਉੱਥੋਂ ਬਲਦੇਵ ਸਿੰਘ ਗਿਆ ਸੀ ਜੀ, ਉਸ ਦੇ ਨਾਲ ਬਹੁਤ ਸਾਰਾ ਸਿੱਖਾਂ ਨੇ ਇਹ ਜਿਹੜਾ ਪ੍ਰਬੰਧ ਕੀਤਾ ਸੀ ਜੀ ਉੱਥੇ ਹੋਲੇ ਮਹੱਲੇ ਦਾ, ਤਾਂ ਕਰਕੇ ਕੋਵਿਡ ਆ ਗਿਆ। ਫਿਰ ਜਦੋਂ ਹਜੂਰ ਸਾਹਿਬ ਦੀ ਗੱਲ ਹੋਈ, ਹਜੂਰ ਸਾਹਿਬ ਤੋਂ ਕਹਿੰਦੇ ਜੀ ਬਹੁਤ ਸਾਰਾ ਕੋਵਿਡ ਉੱਥੋਂ ਆ ਗਿਆ। ਪਰ ਕੁਛ ਰੋਚਕ ਇਹਦੇ ਵਿੱਚ ਜਿਹੜਾ ਇਨਬੈਲੈਂਸ ਹੁੰਦਾ ਉਹ ਇਹ ਹੈ
ਕਿ ਸੰਗਰੂਰ ਉੱਥੋਂ ਜਿਹੜੇ ਹਜੂਰ ਸਾਹਿਬ ਤੋਂ 6-7 ਹਜ਼ਾਰ ਬੰਦਾ ਆਇਆ ਜੀ। 6-7 ਹਜ਼ਾਰ ਬੰਦਾ ਇਕੱਲਾ ਪੰਜਾਬ ਦਾ ਤਾਂ ਹੈ ਨਹੀਂ ਸੀ, ਉਹ ਹਰਿਆਣੇ ਦਾ ਵੀ ਸੀ, ਪੰਜਾਬ ਦਾ ਵੀ ਸੀ। ਪਰ ਪੰਜਾਬ ਦੇ ਵਿੱਚ ਆ ਕੇ ਕਹਿੰਦੇ ਬਹੁਤ ਸਾਰੇ ਕੇਸ ਕੋਵਿਡ ਦੇ ਨਿਕਲੇ, ਪਰ ਹਰਿਆਣੇ ਵਾਲਿਆਂ ਨੂੰ ਨਿਕਲੇ ਨਹੀਂ। ਉਸ ਦੇ ਵਿੱਚ ਕੀ ਕਾਰਨ ਹੈ? ਕਿ ਹਰਿਆਣੇ ਵਾਲਿਆਂ ਦੇ ਹੱਡ ਜ਼ਿਆਦਾ ਮਜ਼ਬੂਤ ਨੇ, ਉਹੀ ਨਾ ਬੱਸਾਂ 'ਚ ਉਹ ਬੈਠ ਕੇ ਆਏ ਆ। ਫਿਰ ਉਹ ਵੀ ਇਹ ਉਂਗਲਾਂ ਉੱਠਣੀਆਂ ਸ਼ੁਰੂ ਹੋਈਆਂ ਕਿ ਸਰਕਾਰਾਂ ਇਹ ਸਾਰੀ ਚੀਜ਼ ਤੇ ਸਿਆਸਤ ਕਰਦੀਆਂ ਨੇ। ਇਹ ਵੀ ਹੋ ਸਕਦਾ ਕਿ ਡਾਟੇ ਆਪਾਂ ਪਹਿਲਾਂ ਜ਼ਿਆਦਾ ਦਿਖਾ ਦਿਓ, ਫਿਰ ਬਾਅਦ ਚੋਂ ਕਦੇ ਵੀ ਦੇਖੋ ਜੀ ਸਾਡੇ ਤਾਂ ਰਿਕਵਰੀ ਰੇਟ ਬਹੁਤ ਆ, ਸਾਡੇ ਪ੍ਰਬੰਧ ਬਹੁਤ ਨੇ। ਸੋ ਆਉਂਦਾ ਸਮਾਂ ਇਹ ਰਾਜਨੀਤੀ ਤੋਂ ਉੱਪਰ ਉੱਠ ਕੇ ਇਹਨਾਂ ਲੋਕਾਂ ਨੂੰ ਸੰਜੀਦਗੀ ਨਾਲ, ਸਰਕਾਰਾਂ ਨੂੰ ਸੰਜੀਦਗੀ ਦੇ ਨਾਲ ਤੇ ਲੋਕਾਂ ਨੂੰ ਸਹਿਯੋਗ ਦੇਣ ਦੀ ਲੋੜ ਹੈ। ਨਹੀਂ ਤਾਂ ਜਿਸ ਤਰੀਕੇ ਨਾਲ ਭਾਰਤ ਦੇ ਵਿੱਚ ਵੱਧ ਰਿਹਾ, ਮੈਂ ਅੱਜ ਤੁਹਾਨੂੰ ਇਹ ਸਟੇਜ ਤੋਂ ਦੱਸ ਦੇਣਾ ਕਿ ਇਹ ਅਮਰੀਕਾ ਦੀ ਆਪਾਂ ਗੱਲਾਂ ਕਰਦੇ ਨੇ ਲੱਖਾਂ 'ਚ, ਤਾਂ ਸਾਡੇ ਕਰੋੜਾਂ ਤੱਕ ਵੀ ਇਫੈਕਟ ਹੋ ਸਕਦਾ। ਸੂਝ-ਬੂਝ ਜਿਹੜੀ ਦਿਖਾਉਣੀ ਜ਼ਰੂਰੀ ਆ। ਜੇ ਅਸੀਂ ਬਾਰਡਰਸ ਦੀ ਗੱਲ ਕਰ ਰਹੇ ਹਾਂ ਨਾ, ਤੁਹਾਨੂੰ ਮੈਂ ਇੱਕ ਹੋਰ ਖਬਰ ਦੱਸ ਦੇਵਾਂ ਕਿ ਇੱਥੇ ਵੀ ਸਾਡੇ ਬਾਰਡਰ ਬੰਦ ਹੈ। ਜੁਲਾਈ ਤੱਕ ਕਹਿ ਰਹੇ ਆ ਕਿ ਸ਼ਾਇਦ ਹੋ ਜਾਵੇ, ਵੱਧ ਜਾਵੇ। ਸਾਡੇ ਡਿਪਟੀ ਪ੍ਰਧਾਨ ਮੰਤਰੀ ਨੂੰ ਪੁੱਛਿਆ ਗਿਆ ਕਿ ਕਦੋਂ ਤੱਕ ਵਧਾਇਆ ਜਾ ਰਿਹਾ, ਕਿਉਂਕਿ 21 ਤਰੀਕ ਨੂੰ ਬੰਦ ਹੋ ਜਾਣਾ, ਖਤਮ ਹੋ ਜਾਣਾ ਜਿਹੜਾ ਉਹਨਾਂ ਦਾ ਇਕਰਾਰਨਾਮਾ ਕੀਤਾ ਗਿਆ ਸੀਗਾ, ਜੋ ਕਿਹਾ ਗਿਆ ਸੀ ਬੰਦ ਰੱਖਿਆ ਜਾਵੇਗਾ ਨਾਨ ਐਸੈਂਸ਼ੀਅਲ ਟਰੈਵਲ ਦੇ ਲਈ। ਹੁਣ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਨਹੀਂ ਹਜੇ ਗੱਲਬਾਤ ਜਾਰੀ ਹੈ, ਪਰ ਅਸੀਂ ਤੁਹਾਨੂੰ ਸੂਨ ਦੱਸਾਂਗੇ ਕਿ ਕਦੋਂ ਤੱਕ ਬੰਦ ਹੈ। ਪਰ ਖਬਰਾਂ ਇਹ ਵੀ ਨੇ ਕਿ ਜੁਲਾਈ ਤੱਕ ਅਸੀਂ ਬੰਦ ਕਰ ਦਾਂਗੇ। ਪਰ ਬੈਂਫ ਦੇ ਵਿੱਚ ਕੀ ਹੋਇਆ? ਬੈਂਫ ਦੇ ਵਿੱਚ ਜਿਹੜੇ ਆਏ ਹੋਏ ਸੀ, ਅਲਾਸਕਾ ਜਾ ਰਹੇ ਸੀ, ਉਹ ਕਹਿੰਦੇ ਕਿ ਅਸੀਂ ਟਰੈਵਲ ਕਰਕੇ ਆਏ ਹਾਂ। ਉਹ ਹੁਣ ਕਿਸ ਤਰ੍ਹਾਂ ਬੈਂਫ ਦੇ ਵਿੱਚ ਆ ਕੇ ਇੱਕ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾ ਰਹੇ ਨੇ, ਤੇ ਹੈਗੇ ਉਹ ਅਮਰੀਕਨ ਨੇ। ਸੋ ਇਹ ਹੈ ਕਿ ਜਦੋਂ ਅਸੀਂ ਗੱਲ ਕਰਦੇ ਹੈਗੇ ਰਿਸਟ੍ਰਿਕਸ਼ਨਸ ਦੀ, ਕੋਈ ਨਾ ਕੋਈ ਜਿਹੜਾ ਲੂਪ ਹੋਲ ਰਹਿ ਜਾਂਦਾ ਆ ਕਿ ਜਿਹਦੇ ਥਰੂ ਕੋਈ ਨਾ ਕੋਈ ਆ ਜਾਂਦਾ। ਹੁਣ ਇਹ ਖਬਰ ਵੀ ਆ ਰਹੀ ਹੈ ਕਿ ਉਹ ਪਹਿਲਾਂ ਦੇ ਆਏ ਹੋਏ ਸੀ, ਉਹ ਇੱਥੇ ਆ ਕੇ ਟਰੈਵਲ ਕਰਦੇ ਸੀ, ਉਹਨਾਂ ਨੇ ਅਲਾਸਕਾ ਜਾਣਾ ਸੀ, ਉਹਨਾਂ ਨੂੰ ਕੋਈ ਟਰੈਵਲ ਰਿਸਟ੍ਰਿਕਸ਼ਨ ਨਹੀਂ ਹੈਗੀ, ਉਹ ਇੱਥੇ ਜਿਹੜਾ ਉਹ ਰਹਿ ਸਕਦੇ ਆ, ਇੱਥੇ ਰੈਸਟੋਰੈਂਟ ਦੇ ਵਿੱਚ ਜਾ ਸਕਦੇ ਆ। ਫਿਰ ਅਸੀਂ ਹੁਣ BC ਦੀ ਗੱਲ ਕਰੀਏ ਤਾਂ BC ਦੇ ਵਿੱਚ ਵੀ ਜਿਹੜੀਆਂ ਨੇ ਲਾਇਸੈਂਸ ਪਲੇਟ ਅਲਬਰਟਾ ਦਾ BC ਦੇ ਵਿੱਚ ਗੱਡੀਆਂ ਜਿਹੜੀਆਂ ਉਹ ਦੇਖੀਆਂ ਗਈਆਂ ਨੇ। ਕੀ ਉਹਨਾਂ ਦੇ ਲਈ 14 ਦਿਨ ਦਾ ਕੁਆਰੰਟੀਨ ਪੀਰੀਅਡ ਲਾਜ਼ਮੀ ਨਹੀਂ ਹੈਗਾ? ਉਹਨਾਂ ਦੇ ਲਈ ਵੀ ਹੋਣਾ ਚਾਹੀਦਾ। ਪਰ ਉਹ ਕਹਿੰਦੇ ਆ ਕਿ ਜੇ ਤੁਸੀਂ ਬਾਰਡਰ ਕ੍ਰਾਸ ਕਰਕੇ ਆਏ ਆ, 에ਅਰਲਾਈਨਸ ਦੇ ਥਰੂ ਆਏ ਆ, ਫਿਰ ਤਾਂ ਤੁਹਾਨੂੰ ਕੁਆਰੰਟੀਨ ਕਰਨਾ ਆ। ਪਰ ਜੇ ਤੁਸੀਂ ਉੱਦਾਂ ਟਰੈਵਲ ਕਰਕੇ ਗਏ ਆ ਜਾਂ ਤੁਸੀਂ ਕਾਰ ਦੇ ਉੱਤੇ ਗਏ ਆ, ਆਪਣੀ ਗੱਡੀ ਦੇ ਉੱਤੇ ਗਏ ਆ, ਫਿਰ ਤੁਹਾਨੂੰ ਕੋਈ ਕੁਆਰੰਟੀਨ ਕਰਨਾ ਲਾਜ਼ਮੀ ਨਹੀਂ। ਸੋ ਇੱਥੇ ਬਹੁਤ ਸਾਰੇ ਸਵਾਲ ਹੁੰਦੇ ਆ ਕਿ ਉਹਨਾਂ ਨੂੰ ਕਿਉਂ ਨਹੀਂ ਲਾਜ਼ਮੀ। ਸੋ ਇਹਦੇ ਨਾਲ ਹੁਣ ਅਸੀਂ ਪੰਜਾਬ ਦੀ ਗੱਲ ਤਾਂ ਕਰ ਹੀ ਰਹੇ ਹਾਂ, ਇਹਦੇ ਨਾਲ ਹੁਣ ਜੇ ਅਸੀਂ ਫਸਲਾਂ ਦੀ ਗੱਲ ਕਰ ਲਈਏ ਤੇ ਕਿਸਾਨਾਂ ਦੀ ਗੱਲ ਕਰ ਲਈਏ, ਉਹਦੇ ਵਿੱਚ ਆਰਡੀਨੈਂਸ ਦਾ ਕੋਈ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਸੀ ਕਿ ਜਿਹੜਾ ਉਹਨਾਂ ਦਾ ਪਹਿਲਾਂ ਬਣਾਇਆ ਹੋਇਆ ਇੱਕ ਕਾਨੂੰਨ ਸੀਗਾ 1995 ਕੁਛ ਕਰਕੇ 55 ਕੁਛ ਕਰਕੇ, ਉਹ ਤੋੜਿਆ ਜਾ ਰਿਹਾ ਹੈਗਾ ਆ। ਤਾਂ ਉਹਦੇ ਕਰਕੇ ਵੀ ਪੰਜਾਬ ਦੇ ਵਿੱਚ ਸਿਆਸਤ ਹੋ ਰਹੀ ਹੈ। ਕੀ ਹੋ ਰਿਹਾ ਪੰਜਾਬ ਦੇ ਵਿੱਚ? ਅਰਸ਼, ਪੰਜਾਬ ਖੇਤੀ ਪ੍ਰਧਾਨ ਸੂਬਾ ਪਹਿਲਾਂ ਨਹੀਂ ਸੀ ਹੁੰਦਾ, ਪਰ ਪੰਜਾਬੀਆਂ ਦੀ ਆਦਤ ਹੈ, ਚਾਹੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਾਂ ਫਿਰ ਇਸ ਦੇਸ਼ ਵਾਸਤੇ ਜਦੋਂ ਵੀ ਲੋੜ ਪਈ ਤਾਂ ਉਸ ਦੇ ਵਾਸਤੇ ਹਿੱਕਾਂ ਡਾਹ ਕੇ ਮਰਨਾ ਪੰਜਾਬੀਆਂ ਦੀ ਆਦਤ ਰਹੀ ਹੈ। ਔਰ ਪੰਜਾਬੀਆਂ ਨੂੰ ਬਾਕੀ ਦੀਆਂ ਤਾਕਤਾਂ ਵਰਤਦੀਆਂ ਰਹੀਆਂ ਨੇ ਤੇ ਪੰਜਾਬੀ ਅੱਗੇ ਹੋ ਕੇ ਆਪਣਿਆਂ ਨੂੰ ਵਰਤਾਉਂਦੇ ਰਹੇ ਹੈ। ਹੁਣ ਕਦੋਂ ਦੀਆਂ ਗੱਲਾਂ ਕੀਤੀਆਂ ਜਾਣ, ਦੇਸ਼ ਦੀ ਆਜ਼ਾਦੀ ਦੇ ਵਿੱਚ ਭਾਰਤ ਦੇ ਜਿਹੜੇ ਸਾਡੇ ਪੰਜਾਬੀ ਸੀ, ਉਹਨਾਂ ਨੇ ਹਿੱਕ ਡਾਹ ਕੇ, ਚਾਹੇ ਗੁਜਰਾਤ ਦੇ ਵਿੱਚ ਜਾ ਕੇ, ਕੱਛ ਦੇ ਵਿੱਚ ਜਦੋਂ ਲਾਲ ਬਹਾਦਰ ਸ਼ਾਸਤਰੀ ਉਹਨਾਂ ਨੇ ਕਿਹਾ, ਉੱਥੇ ਜਾ ਕੇ ਅਸੀਂ ਫਸਲਾਂ ਆਬਾਦ ਕੀਤੀਆਂ ਜਾ ਕੇ। ਫਿਰ ਹਰੀ ਕ੍ਰਾਂਤੀ ਦੇ ਨਾਂ ਤੇ ਬਾਹਰਲੇ ਮੁਲਕਾਂ 'ਚੋਂ ਆਏ ਪ੍ਰੋਡਕਟ ਜਾਂ ਫਰਟੀਲਾਈਜ਼ ਕਰਕੇ ਅਰਸ਼, ਉਹ ਸਾਰੀਆਂ ਫਸਲਾਂ ਸਾਡੀਆਂ ਵਧਾਉਣ ਵਾਸਤੇ ਸਾਡੀ ਆਪਣੀ ਕੁੱਖ ਅਸੀਂ ਬੰਜਰ ਕਰ ਲਈ ਹੈ। ਅਸੀਂ ਫਸਲਾਂ ਪਾ ਕੇ ਅਸੀਂ ਦੇਸ਼ ਦਾ ਢਿੱਡ ਭਰਨ ਵਾਸਤੇ ਛੋਟਾ ਜਿਹਾ ਸੂਬਾ, ਸੂਬੀਓ ਕਹਿ ਲਈਏ, ਉਹ ਸਾਰੇ ਦੇਸ਼ ਦਾ ਢਿੱਡ ਭਰਦੀ ਸੀ। ਪਰ ਇਸ ਵੇਲੇ ਜਿਹੜੀ ਕੇਂਦਰ ਦੇ ਵਿੱਚ ਵਪਾਰੀਆਂ ਦੀ ਸਰਕਾਰ ਬੈਠੀ ਹੈ, ਗੁਜਰਾਤੀ ਜਿਹੜੇ ਬੈਠੇ ਆ, ਇਹ ਵਪਾਰੀ ਲੋਕ ਹੁੰਦੇ ਆ, ਇਹ ਸੌਦਾ ਵੇਚਣ ਵਾਲੇ ਲੋਕ ਹੁੰਦੇ ਆ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਔਰ ਉਹਨਾਂ ਦੀ ਕੈਬਨਿਟ ਵੱਲੋਂ ਜਿਸ ਤਰੀਕੇ ਨਾਲ ਆਰਡੀਨੈਂਸ ਲਿਆਂਦਾ ਗਿਆ, ਵੈਸੇ ਤਾਂ ਬਿੱਲ ਪਾਸ ਹੋਣਾ ਹੁੰਦਾ, ਬਿੱਲ ਪਾਸ ਹੋਣ ਵਾਸਤੇ ਪਹਿਲਾਂ ਲੋਕ ਸਭਾ 'ਚ ਜਾਂਦਾ, ਫਿਰ ਉੱਪਰਲੀ ਕਲਾਸ 'ਚ ਰਾਜ ਸਭਾ 'ਚ ਜਾਂਦਾ, ਪਰ ਜਿੱਥੇ ਲੱਗਦਾ ਹੋਵੇ ਕਿ ਤੁਸੀਂ ਧੱਕਾ ਕਰਨਾ, ਫਿਰ ਉੱਥੇ ਆਰਡੀਨੈਂਸ ਵੀ ਚੱਲ ਜਾਂਦਾ। ਸਰਕਾਰ ਵੱਲੋਂ ਆਰਡੀਨੈਂਸ ਇਹ ਲਿਆਂਦਾ ਗਿਆ ਕਿ ਜਿਹੜੀਆਂ ਫਸਲਾਂ ਦਾ ਸਮਰਥਨ ਮੁੱਲ ਹੈ, MSP ਜਿਹਨੂੰ ਆਪਾਂ ਕਹਿੰਦੇ ਹਾਂ, ਕਿ ਇਸ ਦੇ ਨਾਲ ਜੀ ਸਰਕਾਰ ਦਾ ਬਹੁਤ ਲੱਕ ਟੁੱਟ ਜਾਂਦਾ, ਕਿਉਂਕਿ ਪੈਸੇ ਬਹੁਤ ਦੇਣੇ ਪੈਂਦੇ ਆ। ਇਹ ਨਿਤਿਸ਼ ਗਡਕਰੀ ਦਾ ਬਿਆਨ ਹੈ, ਉਹਨਾਂ ਦਾ ਸੀਨੀਅਰ ਲੀਡਰ ਹੈ ਔਰ ਕੇਂਦਰੀ ਮੰਤਰੀ ਹੈ, ਉਸ ਦਾ ਬਿਆਨ ਆਉਣਾ, ਉਸ ਦੇ ਨਾਲ ਸਿੱਧਾ ਰੂਪ 'ਚ ਇਹ ਗੱਲ ਅਰਸ਼ ਆਉਂਦੀ ਹੈ ਕਿ ਪੰਜਾਬ ਦੀ ਕਿਸਾਨੀ ਤੇ ਹਰਿਆਣੇ ਦੀ ਕਿਸਾਨੀ, ਇਹ ਹੁਣ ਤਬਾਹੀ ਵੱਲ ਨੂੰ ਸਾਡੀ ਕੇਂਦਰ ਸਰਕਾਰ ਲਿਜਾਣ ਬਾਰੇ ਸੋਚ ਰਹੀ ਹੈ। ਇਸ ਦੇ ਵਿੱਚ ਇਹ ਮਨਸਾ ਸਮਝ ਆਉਂਦੀ ਆ
ਕਿ ਕੇਂਦਰ ਸਰਕਾਰ ਕਿਤੇ ਨਾ ਕਿਤੇ ਇਹਨਾਂ ਸਾਰੇ ਸੂਬਿਆਂ ਚੋਂ ਖੇਤੀਬਾੜੀ ਨੂੰ ਖਤਮ ਕਰਕੇ ਆਪਣੇ ਕੰਟਰੋਲ ਥੱਲੇ ਲੈਣਾ ਚਾਹੁੰਦੀ ਹੈ। ਇਹ ਇਸ ਤਰ੍ਹਾਂ ਦੀਆਂ ਪਾਲਿਸੀਆਂ ਨਾਰਥ ਅਮਰੀਕਨ ਉਹਨਾਂ ਨੇ ਵੀ ਕੀਤੀਆਂ ਨੇ, ਪਰ ਉਹਨਾਂ ਦੇ ਨਾਲ ਸਾਡਾ ਧਰਾਤਲ ਬਹੁਤ ਫਰਕ ਹੈ ਜੀ। ਪੰਜਾਬ ਵਰਗੀ ਜਿਹੜੀ ਜਰਖੇਜ਼ ਧਰਤੀ, ਹੁਣ ਉਹਨਾਂ ਨੇ ਇੰਨਾ ਜ਼ਿਆਦਾ ਤੁਹਾਨੂੰ ਇੰਨੇ ਜ਼ਿਆਦਾ ਪ੍ਰਬੰਧ ਕਰਨੇ, ਇੰਨੀਆਂ ਤੁਹਾਨੂੰ ਫਸਲਾਂ ਦੇਣੀਆਂ, ਪਰ ਉਹ ਜਿਹੜੀ ਐਮਐਸਪੀ ਦੇ ਖਿਲਾਫ ਇਹਨਾਂ ਨੇ ਆਰਡੀਨੈਂਸ ਲਿਆਂਦਾ ਕਿ ਐਮਐਸਪੀ ਦੇ ਕਰਕੇ ਸਾਨੂੰ ਜਿਹੜੇ ਨੁਕਸਾਨ ਹੋ ਰਹੇ ਨੇ, ਉਹ ਅਸੀਂ ਸੋਚ ਰਹੇ ਹਾਂ ਕਿ ਇਹਨਾਂ ਨੂੰ ਇੱਥੋਂ ਚੱਕ ਦਿੱਤਾ ਜਾਵੇ ਜੀ। ਔਰ ਖਾਸ ਤੌਰ ਤੇ ਜਿਹੜੀ ਆਰਡੀਨੈਂਸ ਲਿਆਂਦਾ ਉਹਦੇ 'ਚ ਕਿਹਾ ਕਿ ਇੱਕ ਦੇਸ਼ ਇੱਕ ਮੰਡੀ, ਕਿ ਕੋਈ ਵੀ ਕਿਸਾਨ ਦਿਖਾਵਾ ਕਰਨ ਨੂੰ ਹੋਰ ਹੈ ਕਿ ਕੋਈ ਵੀ ਕਿਸਾਨ ਕਿਤੇ ਵੀ ਜਾ ਕੇ ਆਪਣੀ ਫਸਲ ਵੇਚ ਸਕਦਾ। ਹੁਣ ਰੋਚਕ ਗੱਲ ਇਹ ਹੈ ਕਿ ਪੰਜਾਬ ਦਾ 90% ਜਿਹੜਾ ਕਿਸਾਨ ਹੈ ਉਹ ਛੋਟਾ ਹੈ, ਉਹ ਆਪਣੀ ਦੂਜੀ ਥਾਂ ਤੇ ਜਾ ਕੇ ਫਸਲ ਵੇਚਣ ਤੋਂ ਸਮਰੱਥ ਹੈ। ਉਹਨਾਂ ਨੂੰ ਨੁਕਸਾਨ ਕਿੰਨਾ ਹੋਣਾ ਹੈ। ਫਿਰ ਇਹਨਾਂ ਨੇ ਕਿਹਾ ਕਿ ਜੀ ਅਸੀਂ ਉਸ ਮੁਤਾਬਕ ਸਾਡੇ ਕੋਲ ਤਾਂ ਭੰਡਾਰ ਬਹੁਤ ਪਿਆ ਹੈ, ਦੇਸ਼ ਦੇ ਵਿੱਚ 3 ਸਾਲਾਂ ਦਾ ਸਾਡੇ ਕੋਲ ਭੰਡਾਰ ਪਿਆ ਹੈ, ਸੋ ਇਸ ਕਰਕੇ ਅਸੀਂ ਉਨਾ ਕੇ ਖਰੀਦਾਂਗੇ ਜਿੰਨਾ ਸਰਕਾਰ ਨੂੰ ਲੋੜ ਹੋਊਗੀ। ਇਹ ਕਿਤੇ ਨਾ ਕਿਤੇ ਸਾਡੀ ਬੇਰੁਜ਼ਗਾਰੀ ਤੇ ਭੁੱਖਮਰੀ ਦੀ ਕਿੱਲ ਲਾਉਣ ਦੀ ਸਿਆਸਤ ਹੈ। ਜਿਹੜਾ ਦੇਸ਼ ਦਾ ਕਿਸਾਨ, ਮੰਨ ਲਓ ਤੁਸੀਂ ਜਾਂ ਮੈਂ ਆ, ਆਪਣੇ ਕੋਲ 5 ਟਰਾਲੀਆਂ ਫਸਲ ਹੁੰਦੀ ਹੈ ਤੇ ਸਰਕਾਰ ਕਹੇ ਕਿ ਮੈਂ ਤਾਂ 1 ਟਰਾਲੀ ਖਰੀਦਣੀ ਹੈ, 4 ਆਪਣੀਆਂ ਆਪਣੇ ਘਰੇ ਸਾਂਭ ਕੇ ਰੱਖੋ, ਅਸੀਂ ਨਹੀਂ ਲੈਣੀ। ਅਸੀਂ ਤਾਂ ਖੁਦਕੁਸ਼ੀਆਂ ਕਰ ਪਹਿਲਾਂ ਮਰ ਰਹੇ ਹਾਂ। ਬਿਲਕੁਲ, ਸਾਨੂੰ ਇਹ ਜਿਹੜੇ ਜ਼ਹਿਰ ਦਾ ਟੀਕਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ 'ਚ ਸਭ ਤੋਂ ਜ਼ਿਆਦਾ ਜਿਹੜਾ ਦੁਖਦਾਈ ਪੱਖ ਹੈ ਉਹ ਅਰਸ਼ ਇਹ ਹੈ ਕਿ ਪੰਜਾਬ ਦੀ ਕਿਸਾਨੀ ਦੀ ਤਰਜਮਾਨੀ ਕਰਦੀ ਸ਼੍ਰੋਮਣੀ ਅਕਾਲੀ ਦਲ, ਜਿਹੜਾ ਕਿਸਾਨਾਂ ਦੇ ਨਾਂ ਤੇ ਔਰ ਧਰਮ ਦੇ ਨਾਂ ਤੇ ਸਿਆਸਤ ਕਰਕੇ ਸੱਤਾ ਦਾ ਸੁੱਖ ਭੋਗਦੀ ਹੈ, ਉਸ ਦਾ ਹੈਰਾਨੀਜਨਕ ਤਰੀਕੇ ਨਾਲ ਇਸ ਦੇ ਵਿੱਚ ਚੁੱਪ ਰਹਿਣਾ। ਉਹਦਾ ਕਾਰਨ ਇਹ ਹੈ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਜਿਹੜੇ ਸਾਡੇ ਇਹਨਾਂ ਤੇ ਰਾਜ ਕਰ ਰਹੇ ਲੀਡਰ ਨੇ ਪੰਜਾਬ ਦੇ ਵਿੱਚ, ਦੋਗਲੀ ਨੀਤੀ ਦੇ ਲੀਡਰ ਨੇ, ਸਾਨੂੰ ਲੀਡਰ ਚੰਗਾ ਮਿਲਿਆ ਨਹੀਂ। ਲੀਡਰਸ਼ਿਪ ਦਾ ਹਾਲਾਤ ਇਹ ਹੁੰਦਾ ਤਾਂ ਇਹ ਅਕਸਰ ਕਿ ਲੀਡਰ ਆਪਣਾ ਪਰਿਵਾਰ ਪੰਥ ਵਾਸਤੇ ਵਾਰ ਦੇਵੇ, ਆਪਣੇ ਹਿੱਤ ਪੰਥ ਵਾਸਤੇ ਜਾਂ ਸੂਬੇ ਵਾਸਤੇ ਵਾਰ ਦੇਵੇ, ਪਰ ਸਾਡੇ ਇਹ ਲੋਕ ਜਿਹੜੇ ਕਿਸਾਨਾਂ ਦੇ ਨਾਂ ਤੇ ਸਿਆਸਤ ਕਰਦੇ ਆ, ਉਹ ਕਿਸਾਨਾਂ ਨੂੰ ਇਸ ਤਰੀਕੇ ਨਾਲ ਪੂਰਨ ਰੂਪ ਵਿੱਚ ਗਰੀਬੀ ਦੀ ਰੇਖਾ ਵੱਲ ਧੱਕ ਕੇ ਆਪਣੀ ਕੁਰਸੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਆਰਡੀਨੈਂਸ ਜਾਰੀ ਹੋਇਆ ਤਾਂ ਪੰਜਾਬ ਦੇ ਵਿੱਚ ਸਾਬਕਾ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਔਰ ਡਿਪਟੀ ਤੇ ਸੁਪਰ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਦੀ ਪਤਨੀ, ਉਸ ਮੰਤਰੀ ਦੇ ਵਿੱਚ ਬੈਠ ਕੇ ਮੰਤਰੀ ਮੰਡਲ ਦੇ ਵਿੱਚ ਆਰਡੀਨੈਂਸ ਪਾਸ ਕਰਾਉਂਦੀ। ਜਦੋਂ ਉਹਨਾਂ ਦੀ ਉਸੇ ਪਾਰਟੀ ਦੇ ਜਨਰਲ ਸਕੱਤਰ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਇਹ ਬਿਆਨ ਦਿੰਦੇ ਆ ਕਿ ਇਹ ਕਿਸਾਨਾਂ ਦੇ ਨਾਲ ਸ਼ਰੇਆਮ ਧੱਕਾ ਤੇ ਅਸੀਂ ਇਹ ਦਾਬਾ ਝੱਲਣਾ ਨਹੀਂ ਤੇ ਅਸੀਂ ਸੰਘਰਸ਼ ਕਰਾਂਗੇ, ਤਾਂ ਸੁਖਬੀਰ ਸਿੰਘ ਬਾਦਲ ਨੂੰ ਸ਼ਾਇਦ ਉਸ ਕੁਰਸੀ ਦਾ ਫਿਕਰ ਪੈ ਜਾਂਦਾ ਤੇ ਨਾਲ ਦੀ ਨਾਲ ਉਹ ਮੋਦੀ ਦਾ ਤੇ ਅਮਿਤ ਸ਼ਾਹ ਉਹਨਾਂ ਦਾ ਗੁਣਗਾਨ ਕਰਨਾ ਸ਼ੁਰੂ ਕਰ ਦਿੰਦੇ ਕਿ ਨਹੀਂ ਉਹਨਾਂ ਨੇ ਬਹੁਤ ਚੰਗਾ ਫੈਸਲਾ ਲਿਆ, ਕਿਸਾਨ ਤਾਂ ਖੁਸ਼ਹਾਲ ਹੋ ਜਾਣੇ ਨੇ। ਇਹ ਉਸੇ ਤਰੀਕੇ ਦਾ ਫੈਸਲਾ ਹੈ ਜਿਸ ਤਰੀਕੇ ਨਾਲ ਸਰਸੇ ਵਾਲੇ ਸਾਧ ਨੂੰ ਜਦੋਂ ਮਾਫੀ ਦਿੱਤੀ ਗਈ ਸੀ, ਫਿਰ ਉਸ ਤੋਂ ਬਾਅਦ ਚੋਂ ਐਸਸੀਪੀਸੀ ਤੋਂ ਲਗਭਗ 92 ਤੋਂ 96 ਲੱਖ ਰੁਪਏ ਦੇ ਇਸ਼ਤਿਹਾਰ ਉਤਾਰੇ ਗਏ ਸੀ ਕਿ ਹੁਣ ਸਿੱਖਾਂ ਦੇ ਵਿੱਚ ਬਹੁਤ ਪਿਆਰ ਵੱਧ ਜਾਣਾ, ਆਪਾਂ ਉਹਨਾਂ ਨਾਲ ਮੁਹੱਬਤ ਕਰੀਏ। ਇਹ ਸਾਰੀ ਦੀ ਸਾਰੀ ਜਿਹੜੀ ਕਿਸਾਨਾਂ ਦੇ ਪ੍ਰਤੀ ਉਦਾਸੀਨਤਾ, ਜਿਹੜੀ ਲੀਡਰਸ਼ਿਪ ਤੇ ਸਾਨੂੰ ਵਿਸ਼ਵਾਸ ਹੈ ਕਿ ਸਾਨੂੰ ਲੈ ਕੇ ਜਾਣਗੇ, ਜਦੋਂ ਉਹ ਇਸ ਤਰੀਕੇ ਨਾਲ ਸਾਡੇ ਹਿੱਤ ਵੇਚ ਦੇਣ ਤਾਂ ਫਿਰ ਕਿੱਥੇ ਜਾ ਕੇ ਖੜਾਂਗੇ। ਹੁਣ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਇਹ ਸ਼੍ਰੋਮਣੀ ਅਕਾਲੀ ਦਲ, ਖਾਸ ਤੌਰ ਤੇ ਬਾਦਲ ਪਰਿਵਾਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਇਹਨਾਂ ਨੇ ਜਿਹੜਾ ਹੁਣ ਉਹਨਾਂ ਦੇ ਹੱਕ 'ਚ ਆਇਆ, ਇਸ ਤੋਂ ਪਹਿਲਾਂ ਇਹ ਪਹਿਲੀ ਗੱਲ ਨਹੀਂ ਹੈ ਕਿ ਇਹਨਾਂ ਨੇ ਪਹਿਲੀ ਵਾਰ ਕੀਤਾ। ਕੋਵਿਡ ਦੇ ਮਾਮਲੇ 'ਚ ਪੰਜਾਬ ਨੂੰ ਮਦਦ ਲੈਣ ਦੇ ਮਾਮਲੇ 'ਚ ਚਾਹੀਦਾ ਤਾਂ ਇਹ ਸੀ ਕਿ ਇਹ ਇਕੱਠੇ ਹੋ ਕੇ ਕੇਂਦਰ ਕੋਲ ਜਾਂਦੇ ਕਿ ਸਾਡੇ ਸੂਬੇ ਨੂੰ ਬਚਾਓ। ਕੋਵਿਡ ਦੇ ਮਾਮਲੇ 'ਚ ਸਿਆਸਤ ਕਰਦੇ ਰਹੇ। ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੀ ਰਹੀ ਜੀ ਆਹ ਦੇਖੋ ਜੀ ਪੈਸੇ ਆਏ ਹੋਏ ਨੇ, ਕੈਪਟਨ ਅਮਰਿੰਦਰ ਕਹਿੰਦੇ ਆਏ ਨਹੀਂ ਹੋਏ, ਸਿਆਸਤ ਉੱਥੇ ਕਰਦੇ ਰਹੇ। ਥੋੜਾ ਜਿਹਾ ਪਿੱਛੇ ਲੈ ਜਾਣਾ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲਿਆ, ਉੱਥੇ ਨਵਜੋਤ ਸਿੰਘ ਸਿੱਧੂ ਦੇ ਸਿਰ ਸਿਹਰਾ ਬੰਨਣ ਲੱਗੇ ਤਾਂ ਇਸੇ ਅਕਾਲੀ ਦਲ ਨੇ ਕਿਹਾ ਕਿ ਨਹੀਂ ਜੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕਿੱਥੇ ਖੁੱਲਣਾ, ਤਾਂ ਉਹ ਭੁਕਾਈ ਮਾਰਦਾ ਤਾਂ ਬੋਲਦਾ ਫਿਰੀ ਜਾਂਦਾ, ਇਹਨੂੰ ਤਾਂ ਸੁਸ਼ਮਾ ਸਵਰਾਜ ਨੇ ਝਟਕਾ ਮਾਰ ਕੇ ਵਾਪਸ ਮੁੜਿਆ। ਫਿਰ ਜਦੋਂ ਉਹ ਖੁੱਲ ਗਿਆ ਫਿਰ ਅਸੀਂ ਬੇਸ਼ਰਮੀ ਦੇ ਨਾਲ ਉੱਥੇ ਜਾ ਕੇ ਉਹਨਾਂ ਦੇ ਕੋਲ ਜਾ ਕੇ ਬੈਠ ਜਾਂਦੇ ਹਾਂ। ਇਸ ਤੋਂ ਵੀ ਥੋੜਾ ਜਿਹਾ ਹੋਰ ਪਿੱਛੇ ਲੈ ਜਾਣਾ, ਪੰਜਾਬ ਦੇ ਵਿੱਚ 2019 ਦੀਆਂ ਚੋਣਾਂ ਤੋਂ ਪਹਿਲਾਂ ਜਾਂ ਪੁਰਾਣੀਆਂ ਚੋਣਾਂ ਦੇ ਵਿੱਚ LK ਅਡਵਾਨੀ
ਇੱਥੇ ਲੁਧਿਆਣੇ ਦੇ ਵਿੱਚ ਇੱਕ ਪੂਰੀ ਮਹਾ ਸਭਾ ਇਹ ਕਰਦਾ, ਸ਼੍ਰੋਮਣੀ ਅਕਾਲੀ ਦਲ ਕਰਦਾ ਜਦੋਂ ਸੱਤਾ ਦੇ ਵਿੱਚ ਸੀਗਾ। ਇਹ ਗੱਲ ਮੇਰੇ ਖਿਆਲ 15-16 ਦੀ ਗੱਲ ਹੈ। ਤਾਂ ਉਸ ਵੇਲੇ LK ਅਡਵਾਨੀਓ ਇਹਨਾਂ ਦੀ ਸਟੇਜ ਤੋਂ ਖੜ ਕੇ ਇਹਨਾਂ ਨੂੰ ਕਹਿੰਦੇ ਆ ਕਿ ਸਾਰੇ ਦੇਸ਼ ਦੀਆਂ ਨਦੀਆਂ ਅਸੀਂ ਜੋੜ ਦੇਣੀਆਂ ਨੇ। ਉੱਥੇ ਪ੍ਰਕਾਸ਼ ਸਿੰਘ ਬਾਦਲ ਬੈਠੇ, ਉੱਥੇ ਸਾਰੀ ਸੀਨੀਅਰ ਲੀਡਰਸ਼ਿਪ ਬੈਠੀ ਹੈ। ਕਿਸੇ ਦੀ ਹਿੰਮਤ ਇਹ ਨਹੀਂ ਪੈਂਦੀ ਕਿ ਉਹਨਾਂ ਨੂੰ ਟੋਕਤਣ ਕਿ ਸਾਡਾ ਪਾਣੀ ਤਾਂ ਤੁਸੀਂ ਧੱਕੇ ਨਾਲ ਕਿਵੇਂ ਖੋਹ ਕੇ ਲੈ ਜਾਓਗੇ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਤੋਂ ਅੱਗੇ ਗੱਲ ਕਰ ਲੈਂਦੇ ਆ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਕਦੇ ਟਾਈਮ ਤੱਕ ਨਹੀਂ ਦਿੱਤਾ। ਜਿਹੜੇ ਪਹਿਲਾਂ ਮਨਮੋਹਨ ਸਿੰਘ ਵੇਲੇ ਇੱਥੋਂ ਲੈਂਦੇ ਸੀ ਅੰਬਾਲੇ ਤੋਂ ਇੱਕ ਬੁੱਕਾ ਚੱਕਿਆ, ਕਾਰ 'ਚ ਧਰਿਆ, ਸਿੱਧਾ ਮਨਮੋਹਨ ਸਿੰਘ ਦੇ ਦਫ਼ਤਰ ਜਾ ਵੱਜਦੇ ਸੀ ਨਾ, ਤਾਂ ਮੋਦੀ ਸਾਹਿਬ ਨੇ ਕਈ ਵਾਰੀ ਤਾਂ 5-5 7-7 ਦਿਨ 10-10 ਦਿਨ ਇਹਨਾਂ ਨੂੰ ਟਾਈਮ ਨਹੀਂ ਦਿੱਤਾ। ਹੁਣ ਗੱਲ ਇੱਥੇ ਨਹੀਂ ਖੜਦੀ ਹੈਗੀ। ਹੁਣ ਧਾਰਾ 370 ਦੀ ਜਿਹੜੀ ਗੱਲ ਹੋਈ, ਮੈਂ ਲੀਡਰਸ਼ਿਪ ਦੀ ਗੱਲ ਕਰਦਾ ਕਿ ਇਹਨਾਂ ਦੀ ਕੁਆਲਿਟੀਆਂ ਕਿਹੋ ਜਿਹੀਆਂ ਨੇ, ਸੂਬਿਆਂ ਵਾਸਤੇ ਕੀ ਕਰਨਗੇ। ਧਾਰਾ 370 ਜਿੱਥੇ ਅਸੀਂ ਸੰਘੀ ਢਾਂਚੇ ਦੀ ਤਾਂ ਗੱਲ ਕਰਦੇ ਹਾਂ ਕਿ ਸਾਡਾ ਮਜ਼ਬੂਤ ਹੋਣਾ ਚਾਹੀਦਾ ਹੈ, ਸਾਡੀ ਉੱਥੇ ਵੀ ਇਹ ਲੀਡਰਸ਼ਿਪ ਚੁੱਪ ਕਰਕੇ ਬੈਠੀ ਰਹੀ ਜੀ। ਹੁਣ ਫਿਰ ਜਿਹੜਾ CAA ਹੋਇਆ, ਸਿਟਿੰਗ ਅਮੈਂਡਮੈਂਟ ਬਿੱਲ, ਜਿਹੜਾ ਐਕਟ ਜਿਹੜਾ ਪਾਸ ਹੋਇਆ, ਉਸ ਦੇ ਵਿੱਚ ਵੀ ਉਹ ਚੁੱਪ ਰਹੇ। ਸੋ ਕਹਿਣ ਦਾ ਭਾਵ ਸਾਡੀਆਂ ਲੀਡਰਸ਼ਿਪਾਂ ਬਹੁਤ ਕਮਜ਼ੋਰ ਨੇ ਆਪਣੇ ਨਿੱਜੀ ਹਿੱਤਾਂ ਵਾਸਤੇ। ਜਿਹੜੇ ਵੱਡੇ ਸਾਡੇ ਹਿੱਤ ਨੇ ਪੰਜਾਬ ਦੇ, ਚਾਹੇ ਸਾਡਾ ਜਿਹੜੀ ਆਪਾਂ ਜ਼ਿਕਰ ਕਰ ਰਹੇ ਹਾਂ ਆਰਡੀਨੈਂਸ ਦੇ ਖਿਲਾਫ, ਫਰਜ਼ ਤਾਂ ਇਹ ਬਣਦਾ ਹੈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਇਕੱਠੀਆਂ ਹੋ ਕੇ ਬੈਠਣ, ਸਾਰੇ ਵਿਚਾਰ ਵਟਾਂਦਰੇ ਕਰਨ ਤੇ ਕੇਂਦਰ ਕਹਿਣ ਵੀ ਆਪਾਂ ਚਲੋ ਆਪਾਂ ਪ੍ਰਧਾਨ ਮੰਤਰੀ ਕੋਲ ਚੱਲੀਏ ਕਿ ਸਾਡਾ ਸੂਬਾ ਜਾਣ ਲੱਗਿਓ, ਪਰ ਇਹ ਆਪੋ ਆਪਣੇ ਤਰੀਕੇ ਨਾਲ ਸਿਆਸਤਾਂ ਕਰਕੇ ਆਪੋ ਆਪਣੀ ਕੁਰਸੀ ਬਚਾਉਣ ਦੀ ਕੋਸ਼ਿਸ਼ ਕਰਨ। ਬਿਲਕੁਲ, ਜੇ ਕੁਰਸੀਆਂ ਤਾਂ ਹੀ ਰਹਿਣਗੀਆਂ ਜੇ ਲੋਕ ਰਹਿਣਗੇ ਤਾਂ। ਸੋ ਸਾਨੂੰ ਪਹਿਲਾਂ ਸਾਨੂੰ ਵੀ ਸਰਕਾਰਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਜ਼ਿੰਦਗੀਆਂ ਕਿਵੇਂ ਬਚਾਈਆਂ ਜਾਣ। ਜੇ ਅਸੀਂ ਕੈਨੇਡਾ ਦੇ ਵਿੱਚ ਵੀ ਦੇਖਿਆ, ਹੁਣ ਕਿਤੇ ਨਾ ਕਿਤੇ ਸਿਆਸਤ ਦਿਖਣ ਲੱਗ ਗਈ ਹੈ, ਪਰ ਪਿਛਲੇ ਦਿਨਾਂ ਦੇ ਵਿੱਚ ਰਲ ਕੇ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਟੀਮ ਕੈਨੇਡਾ ਬਣ ਕੇ ਜਿਹੜੀਆਂ ਸਾਹਮਣੇ ਆਈਆਂ ਸੀਗੀਆਂ, ਪਰ ਹੁਣ ਜਦੋਂ ਬਿੱਲ ਪਾਸ ਕਰਵਾਉਣ ਦੀ ਵਾਰੀ ਆ ਰਹੀ ਹੈ, ਫਿਰ ਵੀ ਵਿਰੋਧੀ ਧਿਰਾਂ ਇੱਕ ਦੂਜੇ ਨੂੰ, ਹੁਣ ਪਿਛਲੇ ਸਮੇਂ ਦੇ ਵਿੱਚ ਐਮਰਜੈਂਸੀ ਬਿੱਲ ਜਿਹੜਾ ਪਾਸ ਕਰਵਾਉਣ ਦੇ ਲਈ ਮੀਟਿੰਗ ਕੀਤੀ ਗਈ ਸੀ, ਉਹਦੇ ਵਿੱਚ ਵੀ ਜਿਹੜਾ ਵਿਰੋਧੀ ਧਿਰਾਂ ਨੇ ਸਾਥ ਨਹੀਂ ਦਿੱਤਾ, ਕਿਉਂਕਿ ਮਿਨੋਰਿਟੀ ਸਰਕਾਰ ਹੈ, ਮੈਜੋਰਿਟੀ ਨਹੀਂ ਹੈਗੀ। ਮਿਨੋਰਿਟੀ ਸਰਕਾਰ ਦੇ ਵਿੱਚ ਦੂਜੀਆਂ ਸਰਕਾਰਾਂ ਦੀ ਵੋਟ ਹੋਣੀ ਚਾਹੀਦੀ ਹੈ, ਪਰ ਕਿਸੇ ਵੀ ਪਾਰਟੀ ਨੇ ਵੋਟ ਨਹੀਂ ਦਿੱਤਾ ਤੇ ਐਮਰਜੈਂਸੀ ਬਿੱਲ ਹੈਗਾ ਉਹ ਪਾਸ ਨਹੀਂ ਹੋਇਆ ਤੇ 12 ਮਿੰਟਾਂ ਦੇ ਵਿੱਚ ਸੰਸਦ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਸੀ ਕੈਨੇਡਾ ਦੇ ਵਿੱਚ ਪਿਛਲੇ ਹਫ਼ਤੇ। ਹੁਣ ਅਗਲੇ ਹਫ਼ਤੇ ਕੀ ਹੋਵੇਗਾ ਇਹ ਹੁਣ ਆਪਾਂ ਅਗਲੇ ਹਫ਼ਤੇ ਜਿਹੜੇ ਡਿਸਕਸ਼ਨ ਕਰ ਲਵਾਂਗੇ। ਪਰ ਬਹੁਤ ਵਧੀਆ ਦੱਸਿਆ। ਅਸੀਂ ਬ੍ਰੇਕ ਲਾ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਅਗਲੇ ਮੁੱਦਿਆਂ ਦੇ ਬਾਰੇ ਗੱਲ ਕਰਦੇ ਹਾਂ ਜੀ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਟ੍ਰੇਟ ਟਾਕ ਤੇ ਗੱਲਬਾਤ ਹੋ ਰਹੀ ਹੈ ਸਿਆਸੀ ਮੁੱਦਿਆਂ ਦੇ ਬਾਰੇ, ਕੀ ਕੁਝ ਹੋ ਰਿਹਾ ਹੈ ਕੈਨੇਡਾ ਦੇ ਵਿੱਚ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ। ਬ੍ਰੇਕ ਲੈ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ। ਤੁਸੀਂ ਦੇਖਦੇ ਰਹੋ ਸਾਂਝਾ TV। Welcome back after a short break. You are watching ਸਟ੍ਰੇਟ ਟਾਕ, ਸਿੱਧੀ ਗੱਲ। ਤੇ ਮੇਰੀ ਗੱਲਬਾਤ ਹੋ ਰਹੀ ਹੈ ਅੱਜ ਹਰਪ੍ਰੀਤ ਸਿੰਘ ਧਾਲੀਵਾਲ ਦੇ ਨਾਲ, ਜਿਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਇਸ ਸਮੇਂ ਦੇ ਵਿੱਚ, ਭਾਰਤ ਦੇ ਵਿੱਚ ਕੀ ਹੋ ਰਿਹਾ। ਤੇ ਪੰਜਾਬ ਦੀ ਅਸੀਂ ਗੱਲ ਕਰ ਰਹੇ ਸੀ, ਪੰਜਾਬ ਦੀ ਅਸੀਂ ਸਿਆਸਤ ਦੀ ਗੱਲ ਕਰ ਰਹੇ ਸੀ ਹਰਪ੍ਰੀਤ ਜੀ, ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ, ਸਿਆਸਤ ਕਿਵੇਂ ਹੋ ਰਹੀ ਹੈ, ਤੇ ਨਾਲ ਨਾਲ ਕਰੋਨਾ ਵਾਇਰਸ ਨੂੰ ਲੈ ਕੇ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਿਆਸਤ ਕਿਸ ਤਰ੍ਹਾਂ ਕਰਵਟ ਲਵੇਗੀ? ਬੜਾ ਇੰਪੋਰਟੈਂਟ ਸਵਾਲ ਆ ਜਿਹੜਾ ਤੁਸੀਂ ਇਹ ਡਿਸਕਸ਼ਨ ਤੇ ਇਸ ਵੇਲੇ ਲੈ ਕੇ ਆਏ ਹੋ। ਉਹ ਹੈ ਕਿ ਪੰਜਾਬ ਦੇ ਵਿੱਚ ਕੋਵਿਡ ਕਰਕੇ ਸਿਆਸਤ ਬੜੀ ਸੁਸਤ ਜੀ ਜਾਂ ਸਿੱਲੀ ਜੀ ਆਪਾਂ ਲਫ਼ਜ਼ ਵਰਤ ਲਈ ਇਹੋ ਜਿਹੀ ਹੋਈ ਪਈ ਸੀ, ਔਰ ਉਸ ਦਾ ਫਾਇਦਾ ਸਭ ਤੋਂ ਵੱਧ ਹੋ ਰਿਹਾ ਸੀ ਕੈਪਟਨ ਅਮਰਿੰਦਰ ਉਹਨਾਂ ਨੂੰ, ਕਿਉਂਕਿ ਵਿਰੋਧੀ ਧਿਰ ਕੋਈ ਨਹੀਂ ਸੀ। ਆਮ ਆਦਮੀ ਪਾਰਟੀ ਤਾਂ ਲੱਗਦੀ ਉਹ ਨਹੀਂ ਵਿਰੋਧੀ ਧਿਰ 'ਚ ਹੈ, ਹਾਲਾਂਕਿ ਉਹਨਾਂ ਤੋਂ ਜ਼ਿਆਦਾ ਘੱਟ ਸੀਟਾਂ ਵਾਲੇ ਸ਼੍ਰੋਮਣੀ ਅਕਾਲੀ ਦਲ ਕੋਸ਼ਿਸ਼ ਜ਼ਰੂਰ ਕਰਦਾ ਜੀ। ਉਹਨਾਂ 'ਚ ਵਿਕਰਮ ਮਜੀਠੀਆ ਹੋਣੀ ਕਾਫੀ ਪ੍ਰੈਸ ਕਾਨਫਰੰਸਾਂ 'ਚ ਇਸ ਤਰ੍ਹਾਂ ਦੇ ਬਿਆਨ ਚੱਕਦੇ ਰਹਿੰਦੇ ਆ। ਪਰ ਮੌਜੂਦਾ ਜਿਹੜਾ ਆਉਣ ਵਾਲੇ ਹਾਲਾਤ ਨੇ, ਕਿਉਂਕਿ ਸਿਆਸਤ 2022 ਦੀ ਜਿਹੜੀ ਚੋਣ ਹੈ ਉਹ ਬਿਲਕੁਲ ਨੇੜੇ ਆਉਂਦੀ ਜਾਂਦੀ ਹੈ ਤੇ ਰਾਜਨੀਤਿਕ ਪਾਰਟੀਆਂ ਸਾਰਿਆਂ ਨੂੰ ਲਾਲ ਬੱਤੀਆਂ ਦਿਖ ਰਹੀਆਂ ਨੇ ਵੀ ਆਪਾਂ ਨੇ ਲੈਣੀਆਂ ਨੇ। ਸੋ ਉਸ ਕਰਕੇ ਆਹ ਜਿਹੜਾ ਹੁਣ ਦਾ ਸਮਾਂ ਹੈ, ਜਿਹੜਾ ਆਉਣ ਵਾਲਾ ਸਮਾਂ ਹੈ, ਇਸ ਦੇ ਵਿੱਚ ਜਿਹੜੇ ਹੁਣ ਤੱਕ ਇਸ਼ਾਰੇ ਜੇ ਮਿਲਦੇ ਆ ਸਿਆਸਤ ਦੇ ਵਿੱਚ, ਕਹਿੰਦੇ ਹੁੰਦੇ ਨੇ ਵੀ ਤਿਰਛੀ ਨਜ਼ਰ ਜਿਹੜੀ ਹੁੰਦੀ ਆ ਸਿਆਸੀ, ਉਸ ਦੇ ਵਿੱਚ ਮੈਨੂੰ ਲੱਗਦਾ ਅਰਸ਼ ਕਿ ਸੁਖਦੇਵ ਸਿੰਘ ਢੀਂਡਸਾ ਜਿਹੜੇ ਕੋਰ ਕਮੇਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੀ, ਸੁਖਦੇਵ ਸਿੰਘ ਢੀਂਡਸਾ ਸਾਹਿਬ, ਬ੍ਰਹਮਪੁਰਾ ਸਾਹਿਬ, ਸੇਖਮਾ ਸਾਹਿਬ ਤੇ ਅਜਨਾਲਾ ਸਾਹਿਬ ਗਏ ਸੀ। ਅਜਨਾਲਾ ਸਾਹਿਬ ਵਾਪਸੀ, ਮਤਲਬ ਉਹਨਾਂ ਦਾ ਟੱਬਰ ਤਾਂ ਅਲਟੀਮੇਟਲੀ ਘਰ ਹੀ ਗਿਆ। ਹੁਣ ਸੁਖਦੇਵ ਸਿੰਘ ਢੀਂਡਸਾ ਨੂੰ ਬੀਜੇਪੀ ਜਿਹੜੀ ਕੇਂਦਰ ਦੇ ਵਿੱਚ ਬੈਠੀ ਹੈ, ਜਿਸ ਤਰੀਕੇ ਨਾਲ ਉਹਨਾਂ ਦੇ ਸਿਰ ਤੇ ਜਾਂ ਮੋਢੇ ਤੇ ਥਾਪੜਾ ਉਹਨਾਂ ਨੂੰ ਦੇ ਰਹੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਾਂ ਬਾਦਲ ਪਰਿਵਾਰ ਵਾਸਤੇ ਖਤਰੇ ਦੇ ਸਾਈਨ ਜ਼ਰੂਰ ਨੇ। ਇਹ ਵੀ ਹੋ ਸਕਦਾ ਕਿ ਇਸ ਹਫ਼ਤੇ ਦੇ ਵਿੱਚ
ਪਰਮਿੰਦਰ ਸਿੰਘ ਢੀਂਡਸਾ ਤੇ ਸੁਖਦੇਵ ਸਿੰਘ ਢੀਂਡਸਾ ਦੁਆਰਾ ਫੇਰ ਐਕਟਿਵ ਹੋਣ। ਤੇ ਇਹ ਵੀ ਪਤਾ ਲੱਗਿਆ ਕਿ ਮਾਲਵੇ ਦਾ ਇੱਕ ਪੁਰਾਣਾ ਜਿਹੜਾ ਧੜਕ ਉਹਨਾਂ ਦਾ ਲੀਡਰ ਹੈ, ਉਹ ਹੋ ਸਕਦਾ ਹੈ ਕਿ ਉਹ ਇਹਨਾਂ ਦਾ ਪੱਲਾ ਫੜ ਲਵੇ। ਪੱਲਾ ਫੜਨ ਤੋਂ ਬਾਅਦ ਐਕਟੀਵਿਟੀ ਸ਼ੁਰੂ ਹੋ ਜੇ, ਹੋਰ ਬਹੁਤ ਸਾਰੇ ਲੀਡਰ ਹੀ ਆਪਣੇ ਨਾਲ ਜੋੜਨਾ ਸ਼ੁਰੂ ਕਰ ਦੇਣ। ਔਰ ਇਹ ਵੀ ਇਸ਼ਾਰੇ ਹੋ ਰਹੇ ਆ ਜਾਂ ਲੱਗਦੇ ਆ ਕਿ ਕੇਂਦਰ ਦੇ ਵਿੱਚ ਬੈਠੀ RSS ਤੇ BJP ਕਿਤੇ ਨਾ ਕਿਤੇ ਪੰਜਾਬ ਦੇ ਵਿੱਚ, ਪੰਜਾਬ ਦੇ ਲੋਕ ਜੇਕਰ ਨਿਰਾਸ਼ ਨੇ, ਸ਼੍ਰੋਮਣੀ ਅਕਾਲੀ ਦਲ ਤੋਂ ਨਿਰਾਸ਼ ਨਹੀਂ ਹਨ, ਉਹ ਬਾਦਲ ਪਰਿਵਾਰ ਤੋਂ ਕਾਫੀ ਨਿਰਾਸ਼ ਨੇ। ਬਾਦਲ ਪਰਿਵਾਰ ਦੀਆਂ ਜਿਸ ਤਰੀਕੇ ਦੀਆਂ ਗਤੀਵਿਧੀਆਂ ਰਹੀਆਂ, ਜਿਸ ਤਰੀਕੇ ਨਾਲ ਇਹ ਕੁਰਬਾਨੀਆਂ ਵਾਲੀ ਪਾਰਟੀ ਨੂੰ ਆਪਣੀ ਨਿੱਜੀ ਜ਼ਖੀਰ ਦੇ ਰੂਪ 'ਚ ਬਣਾ ਲਿਆ ਗਿਆ, ਜਿਸ ਤਰੀਕੇ ਨਾਲ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਥਾਣੇਦਾਰ ਦੇ ਤੌਰ ਤੇ ਜਿਹਨੂੰ ਕਿਹਾ ਵੀ ਇਹਨੂੰ ਹੁਕਮ ਜਾਰੀ ਕਰਦੇ ਉਹਨੂੰ ਨਾ ਜਾਰੀ ਕਰ, ਜਿਸ ਤਰੀਕੇ ਨਾਲ ਅਕਾਲ ਤਖਤ ਦੇ ਜਥੇਦਾਰ ਨੂੰ ਘਰੇ ਤਲਬ ਕਰਕੇ ਇਸ ਤਰ੍ਹਾਂ ਦੀਆਂ ਖਬਰਾਂ ਉਹਨਾਂ ਦੇ ਹੱਕ 'ਚ ਆਉਂਦੀਆਂ, ਉਹਨਾਂ ਦੇ ਮਤਲਬ ਮਾਮਲੇ ਚੱਲਦੀਆਂ ਨੇ, ਜਾਂ ਫਿਰ ਬਰਗਾੜੀ ਦੇ ਮਾਮਲੇ 'ਚ ਜੇਕਰ ਕੋਈ ਕਟਹਿਰੇ 'ਚ ਖੜਾ ਨਜ਼ਰ ਆਉਂਦਾ ਹੈ ਤਾਂ ਬਾਦਲ ਪਰਿਵਾਰ ਨਿੱਜੀ ਰੂਪ 'ਚ ਖੜਾ ਹੁੰਦਾ। ਸੋ ਉਸ ਕਰਕੇ ਹੋ ਸਕਦਾ ਕਿ ਉੱਪਰ ਬੈਠੀ ਜਿਹੜੀ BJP, ਜਿਹੜਾ 9 ਮਾਸ ਦਾ ਰਿਸ਼ਤਾ ਹੈ, ਉਹ ਇਹਨਾਂ ਵਾਲਾ 9 ਤੋੜ ਕੇ ਉਧਰ ਢੀਂਡਸੇ ਉਹਨਾਂ ਦੇ ਲਾਉਣਾ ਚਾਹੁੰਦੇ ਹੋਵੇ, ਜਾਂ ਫਿਰ ਉਹ ਇਹ ਵੀ ਕੋਸ਼ਿਸ਼ ਕਰ ਸਕਦੇ ਆ ਕਿ ਇਹਨਾਂ ਨੂੰ ਮਜ਼ਬੂਤ ਕਰਕੇ ਆਉਂਦੇ ਸਮੇਂ 'ਚ SCPC ਦੀਆਂ ਚੋਣਾਂ ਪੰਜਾਬ 'ਚ ਕਰਾ ਕੇ ਬਾਦਲ ਪਰਿਵਾਰ ਤੋਂ SCPC ਦਾ ਖੜਾ ਛਡਾਉਣਾ ਚਾਹੁੰਦੇ ਹੋਣ। ਸੋ ਇਹ ਬੜੀਆਂ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਆਉਂਦੇ ਸਮੇਂ ਦੇ ਵਿੱਚ ਹੋਣੀਆਂ ਨੇ। ਔਰ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਦੇਖਣ ਵਾਲੀ ਗੱਲ ਹੋਣੀ ਹੈ ਕਿ ਇੱਕ ਪਾਸੇ ਜੇਕਰ ਢੀਂਡਸੇ ਹੋਣੀ ਇਸ ਤਰੀਕੇ ਨਾਲ ਚੱਲਦੇ ਆ ਤਾਂ ਬਾਕੀ ਦੀ ਲੀਡਰਸ਼ਿਪ, ਜਿਨ੍ਹਾਂ 'ਚ ਪ੍ਰੇਮ ਸਿੰਘ ਚੰਦੂਮਾਜਰੇ ਹੋਣੀ ਨੇ, ਉਹਨਾਂ ਦਾ ਰੋਲ ਕਿਸ ਤਰ੍ਹਾਂ ਦਾ ਰਹੂਗਾ। ਉਹ ਕੋਰ ਕਮੇਟੀ 'ਚ ਤਾਂ ਸਾਰੇ ਦੇ ਸਾਰੇ ਸ਼ਾਮਲ ਨੇ ਕਿ ਉਹ ਜਿਹੜਾ ਕੁਨਬਾ ਬਾਦਲਾਂ ਨੇ ਨਵਾਂ ਐਲਾਨ ਕੀਤਾ ਹੈ, ਉਹ ਕਿੰਨਾ ਕੁ ਕੁਨਬਾ ਬਣਿਆ ਰਹਿੰਦਾ ਹੈ, ਉਹ ਕੁਨਬਾ ਕੀ ਉੱਥੇ ਰਹੂਗਾ ਜਾਂ ਫਿਰ ਕੁਨਬਾ ਬਿਖਰ ਜਾਊਗਾ। ਸੋ ਇਹ ਆਉਂਦਾ ਸਮਾਂ ਬੜਾ ਇੰਪੋਰਟੈਂਟ ਹੋਣਾ ਹੈ। ਦੂਜੇ ਪਾਸੇ ਸਭ ਤੋਂ ਵੱਡੀ ਜਿਹੜੀ ਚੀਜ਼ ਹੋਣੀ ਹੈ ਉਹ ਹੋਣੀ ਹੈ ਨਵਜੋਤ ਸਿੰਘ ਸਿੱਧੂ ਦੀ। ਸਾਰੇ ਉਸ ਵੱਲ ਦੇਖ ਰਹੇ ਨੇ ਕਿਸ ਵੱਲ ਨੂੰ ਊਂਠ ਇਹ ਕਰਬੜ ਕਿਸ ਪਾਸੇ ਨੂੰ ਲਊਗਾ। ਉਹਦੇ 'ਚ ਜਿਹੜੇ ਟਕਸਾਲੀ ਨੇ ਉਹ ਵੀ ਦੇਖ ਰਹੇ ਨੇ, ਆਮ ਆਦਮੀ ਪਾਰਟੀ ਵੀ ਕਿਤੇ ਨਾ ਕਿਤੇ ਆਸ ਲਈ ਬੈਠੀ ਹੈ। ਦੂਜੇ ਪਾਸੇ ਕਾਂਗਰਸੀ ਵੀ ਕਿਤੇ ਨਾ ਕਿਤੇ ਇਸ ਆਸ ਤੇ ਨੇ ਕਿ ਕੈਪਟਨ ਅਮਰਿੰਦਰ ਨੂੰ ਲਾ ਕੇ ਜੇਕਰ ਕੇਂਦਰ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਲਿਆਉਣ ਤਾਂ ਹੋ ਸਕਦਾ ਹੈ ਕਿ ਅਸੀਂ ਜਿਹੜੀਆਂ 80 ਸੀਟਾਂ ਦੀ ਆਸ ਲਈ ਬੈਠੇ ਸੀ, ਸਾਨੂੰ ਥੋੜ੍ਹੀ ਉੱਤੇ ਸੀਟਾਂ ਆ ਜਾਣ, ਤੇ ਨਹੀਂ ਤਾਂ ਕਾਂਗਰਸ ਦਾ ਹਾਲਾਤ ਵੀ ਪਤਲੇ ਨਜ਼ਰ ਆਉਂਦੇ ਆ। ਬਿਲਕੁਲ। ਹੁਣ ਜੇ ਸਿੱਖਾਂ ਦੀ ਗੱਲ ਅਸੀਂ ਕਰ ਹੀ ਲਏ ਸੀਗੇ ਪ੍ਰੋਗਰਾਮ ਦੇ ਵਿੱਚ, ਤੇ ਉਹਦੇ ਤੋਂ ਮੈਨੂੰ ਇੱਕ ਸਵਾਲ ਜਿਹੜਾ ਹੈਗਾ ਆ, ਜਿਹੜਾ ਪੱਖ ਦਾ ਮਸਲਾ ਜਿਹੜਾ ਉਹ ਸਾਹਮਣੇ ਆਇਆ ਮੇਰੇ ਦਿਮਾਗ ਦੇ ਵਿੱਚ ਕਿ ਖਾਲਿਸਤਾਨ, ਕਿਉਂਕਿ ਜਿਹੜਾ ਵੀਕ ਸੀਗਾ ਪਿਛਲਾ, ਉਹ ਅਸੀਂ ਘੱਲੂਘਾਰੇ ਦੇ ਸਮਰਪਿਤ ਜਿਹੜਾ ਉਹ ਮਨਾ ਕੇ ਹਟੇ ਆ। ਉਹਦੇ ਵਿੱਚ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਤੇ ਨਾਲ ਲੌਂਗੋਵਾਲ, ਉਹਨਾਂ ਦੇ ਵੱਲੋਂ ਜਿਹੜਾ ਬਿਆਨ ਆਇਆ ਖਾਲਿਸਤਾਨ ਦੀ ਮੰਗ ਕਰਨ ਦਾ, ਬਹੁਤ ਜ਼ਿਆਦਾ ਮੁੱਦਾ ਭਖਿਆ ਹੈਗਾ। ਬਹੁਤ ਸਾਰੇ ਲੋਕਾਂ ਨੇ ਕਿਹਾ ਹੈਗਾ ਕਿ ਇਹ ਭੜਕਾ ਰਹੇ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਦੋ ਜਿਹੜੇ ਸਵਾਲ ਹੈਗੇ ਆ ਲੋਕਾਂ ਦੇ ਮਨਾਂ ਦੇ ਵਿੱਚ ਪਾ ਰਹੇ ਨੇ। ਉਹਨਾਂ ਦਾ ਜਿਹੜਾ ਬਿਆਨ ਆਇਆ, ਤੁਹਾਡੇ ਅਨੁਸਾਰ ਉਹਨਾਂ ਦਾ ਬਿਆਨ ਕਿੰਨਾ ਕੁ ਠੀਕ ਸੀਗਾ, ਕਿੰਨਾ ਕੁ ਗਲਤ ਸੀ? ਉਹਨਾਂ ਨੂੰ ਬਿਆਨ ਦੇਣਾ ਚਾਹੀਦਾ ਸੀ, ਨਹੀਂ ਦੇਣਾ ਚਾਹੀਦਾ ਸੀ? ਕੀ ਵਿਚਾਰ ਕਹਿੰਦੇ ਨੇ? ਬਿਲਕੁਲ ਅਰਸ਼, ਜਿਹੜਾ ਖਾਲਿਸਤਾਨ ਦੇ ਮਾਮਲੇ 'ਚ ਇਸ ਵੇਲੇ ਸਿਆਸਤ ਪੰਜਾਬ 'ਚ ਔਰ ਨੈਸ਼ਨਲ ਲੈਵਲ ਤੇ ਹੋ ਰਹੀ ਹੈ। 6 ਤਰੀਕ ਨੂੰ ਜਦੋਂ ਘੱਲੂਘਾਰਾ ਦਿਵਸ ਦੇ ਅਖੀਰੀ ਦਿਨ ਉੱਥੇ ਭੋਗ ਦੇ ਸਮੇਂ ਅਕਾਲ ਤਖਤ ਦਾ ਜਥੇਦਾਰ, ਕਾਰਜਕਾਰੀ ਜਥੇਦਾਰ ਜੇ ਕਹਿ ਲਾਂ ਤਾਂ ਹਰਪ੍ਰੀਤ ਸਿੰਘ ਔਰ SCPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਮੌਜੂਦ ਰਹੇ। ਜਿਹੜਾ ਕਾਰਜਕਾਰੀ ਜਥੇਦਾਰ ਹੈ ਉਹਨੇ ਬੜਾ ਚੰਗਾ ਵਿਖਿਆਨ ਕੀਤਾ। ਉਹ ਵਿਖਿਆਨ ਇਸ ਕਰਕੇ ਉਹਨੇ ਸਾਰੀ ਹਿਸਟਰੀ ਦੱਸੀ ਕਿ ਸਿੱਖਾਂ ਨੇ ਕਦੋਂ ਇਸ ਦੇਸ਼ ਵਾਸਤੇ ਕਦੋਂ ਪਿੱਛੇ ਸਿੱਖ ਹਟਿਆ, ਹਮੇਸ਼ਾ ਹੀ ਅੱਗੇ ਹੋ ਕੇ ਲੜਦੇ ਰਹੇ ਆ। ਜੇ ਦੇਸ਼ ਦੀ ਆਜ਼ਾਦੀ ਦੀ ਗੱਲ ਹੈ ਤਾਂ ਵੀ ਸਿੱਖ ਹੋ ਕੇ ਅੱਗੇ ਹੋ ਕੇ ਲੜਦੇ ਆ। ਜੇ ਦੇਸ਼ ਦਾ ਢਿੱਡ ਭਰਨ ਦੀ ਗੱਲ ਹੈ ਤਾਂ ਵੀ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਅੱਗੇ ਹੋ ਕੇ ਤੁਹਾਡੇ ਨਾਲ ਖੜਦਾ ਰਿਹਾ। ਜਿਵੇਂ ਮੈਂ ਜੇਕਰ ਤੁਹਾਡਾ ਸਟਾਰਟਿੰਗ 'ਚ ਹੁਣੇ ਗੱਲ ਕਰਦੇ ਕੀਤਾ ਸੀ ਕਿ ਜੇ ਲਾਲ ਬਹਾਦਰ ਸ਼ਾਸਤਰੀ ਨੇ ਵੀ ਕਿਹਾ ਕਿ ਗੁਜਰਾਤ ਦੇ ਵਿੱਚ ਕੱਛ ਬੇਆਬਾਦ ਹੈ, ਤੁਸੀਂ ਉੱਥੇ ਜਾ ਕੇ ਆਬਾਦੀ ਕਰੋ, ਤਾਂ ਅਸੀਂ ਉਹ ਆਬਾਦ ਕੀਤਾ, ਉਸ ਬੰਜਰ ਭੂਮੀ ਨੂੰ ਕਰਿਆ। ਪਰ ਹੁਣ ਵਪਾਰੀਆਂ ਦੀਆਂ ਸਰਕਾਰਾਂ ਨੇ ਤੇ ਉਹਨਾਂ ਕਿਸਾਨਾਂ ਨੂੰ ਉਜਾੜਨ ਵਾਸਤੇ ਉੱਥੇ ਵੀ ਉਹ ਝਾਲਾਂ ਚੱਲੀਆਂ ਜਾ ਰਹੀਆਂ ਨੇ। ਫਿਰ ਸਿੱਖਾਂ ਨੇ ਕਮੀ ਕੀ ਛੱਡੀ ਹੈ? ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਚੱਲੀ ਸੀ ਤਾਂ ਸਾਰੇ ਦੇ ਸਾਰੇ ਸੂਬੇ ਭਾਸ਼ਾ ਦੇ ਆਧਾਰ ਤੇ ਸੂਬੇ ਬਣਦੇ ਆ, ਉਹਨਾਂ ਨੂੰ ਸੂਬੇ ਦਿੱਤੇ ਜਾਂਦੇ ਆ। ਸਿੱਖਾਂ ਨੂੰ ਵੀ ਕਿਹਾ ਜਾਂਦਾ ਕਿ ਤੁਹਾਨੂੰ ਵੀ ਭਾਸ਼ਾ ਦੇ ਆਧਾਰ ਤੇ ਖਿੱਤਾ ਸੂਬਾ ਦਿੱਤਾ ਜਾਊਗਾ। ਪਰ ਜਦੋਂ ਆਜ਼ਾਦੀ ਮਿਲ ਜਾਂਦੀ ਹੈ ਫਿਰ ਉਹ ਸਾਰੀਆਂ ਗੱਲਾਂ ਭੁੱਲ ਲਈ ਜਾਂਦੀਆਂ ਨੇ, ਜਾਂ ਫਿਰ ਉਹਨਾਂ ਨੂੰ ਪਲਟਾ ਦਿੱਤਾ ਜਾਂਦਾ, ਉਸ ਪਾਸੇ ਨੂੰ ਜਾਏਗਾ। ਹੁਣ ਕੀ ਸਿੱਖਾਂ ਨੂੰ ਇਹ ਦੱਸਣ ਦੀ ਲੋੜ ਹੈਗੀ ਹੈ? ਇਹ ਜਿਹੜਾ ਖਾਲਿਸਤਾਨ ਦਾ ਨਾਂ ਲਫ਼ਜ਼ ਕਰਦੇ ਆ ਨਾ,
ਇਹ ਕਰਦੇ ਆ ਕਿ ਖਾਲਿਸਤਾਨ ਦਾ ਬਸ ਨਾਂ ਲੈਤਾ, ਸਮਝ ਲਓ ਗੋਲੀਆਂ ਚੱਲ ਗਈਆਂ, ਧਮਾਕੇ ਹੋ ਗਏ, ਇਹ ਤਾਂ ਦੇਸ਼ ਵਿਰੋਧੀ ਹੋ ਗਏ, ਦੇਸ਼ ਧਰੋਹ ਦੇ ਇਹਨਾਂ ਤੇ ਪਰਚੇ ਦਰਜ ਕਰ ਦੋ। ਦੇਖੋ ਸਿੱਖਾਂ ਨੇ ਆਪਣੇ ਹੱਕ ਮੰਗ ਰਹੇ ਆ, ਉਹ ਚ ਉਹਨੂੰ ਜੇ ਖਾਲਿਸਤਾਨ ਦਾ ਉਹ ਕਹਿੰਦੇ ਆ ਕਿ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੈ ਅਖੇ ਜੀ ਜੇ ਮੈਨੂੰ ਤੁਸੀਂ ਸਿੱਖਾਂ ਨੂੰ ਖਾਲਿਸਤਾਨ ਦੇਣਾ ਚਾਹੁੰਦੇ ਹੋ ਤਾਂ ਅਸੀਂ ਲੈ ਲਾਂਗੇ। ਨਾ ਤਾਂ ਕਿਸੇ ਨੇ ਦਿੱਤਾ ਨਾ ਕਿਸੇ ਨੇ ਲਿਆ, ਪਰ ਇਸ ਦਾ ਕਾਰਨ ਇਹ ਹੈ, ਇਹਦੀਆਂ ਦੋ ਤਿੰਨ ਚੀਜ਼ਾਂ ਦੇਖਣ ਵਾਲੀਆਂ ਨੇ। ਦੇਖੋ ਇਹ ਇਸ ਪ੍ਰਪੇਖ 'ਚ ਜਦੋਂ ਆਪਾਂ ਗੱਲ ਕਰਦੇ ਹਾਂ, ਪਹਿਲੀ ਗੱਲ ਤਾਂ ਇਹ ਹੈ ਕਿ ਅਕਾਲ ਤਖਤ ਦੇ ਜਥੇਦਾਰ ਨੇ ਜਿਹੜੀ ਗੱਲ ਕਹੀ ਹੈ ਉਹ ਤੋਂ ਸਿੱਧਾ ਪ੍ਰਭਾਵ ਜਾਂਦਾ ਹੈ ਕਿ ਪਹਿਲਾਂ ਕਦੇ ਅਕਾਲ ਤਖਤ ਦੇ ਜਥੇਦਾਰ ਨੇ ਆਮ ਕਦੇ ਕੋਈ ਗੱਲ ਨਹੀਂ ਕੀਤੀ, ਨਾ SGPC ਪ੍ਰਧਾਨ ਨੇ ਕੀਤੀ ਹੈ। 2022 ਦੀਆਂ ਚੋਣਾਂ ਆ ਰਹੀਆਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਆਪਣੇ ਪੈਰ ਉਸ ਜ਼ਮੀਨ ਤੇ ਜਮਾਉਣਾ ਚਾਹੁੰਦਾ ਹੈ ਜਿਹੜੇ ਉਹਦੇ ਪੈਰ ਪੂਰੀ ਤਰ੍ਹਾਂ ਉਖੜੇ ਹੋਏ ਨੇ 2016-17 ਤੋਂ। ਉਹ ਇਹ ਬਿਆਨ ਦਵਾ ਕੇ ਅਕਾਲ ਤਖਤ ਦੇ ਜਥੇਦਾਰ ਤੋਂ ਇਹ ਦੱਸਣ ਦੀ ਕੋਸ਼ਿਸ਼ ਕਰ ਸਕਦੇ ਆ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਜਾਂ ਫਿਰ ਬਹੁਤੇ ਧਾਰਮਿਕ ਬਿਰਤੀ ਵਾਲਿਆਂ ਨੂੰ ਕਿ ਹਾਂਜੀ ਅਸੀਂ ਇਹਨਾਂ ਮੁੱਦਿਆਂ ਦੇ ਨਾਲ ਖੜੇ ਹਾਂ, ਤਾਂ ਜੋ ਜਿਹੜਾ ਬਰਗਾੜੀ ਜਾਂ ਉਸ ਤਰ੍ਹਾਂ ਦੇ ਮਾਮਲੇ ਨੇ ਉਹਨਾਂ ਨੂੰ ਪਿੱਛੇ ਰਹਿ ਕੇ ਅਸੀਂ ਸਿਆਸਤ ਦੇ ਵਿੱਚ ਆਪਣੇ ਕਦਮ ਕਰ ਲਈਏ। ਦੂਜੇ ਪਾਸੇ ਜੇਕਰ ਅਕਾਲ ਤਖਤ ਦਾ ਜਥੇਦਾਰ ਇਹ ਬਿਆਨ ਦੇ ਵੀ ਦਿੰਦਾ, ਉਹਦੇ ਨਾਲ ਗੱਲ ਕਿੱਡੀ ਕੁ ਹੋ ਗਈ, ਸਿੱਖਾਂ ਨੂੰ ਅਧਿਕਾਰ ਕਿਉਂ ਨਹੀਂ ਮਿਲ ਸਕਦੇ ਵੱਧ? ਇੱਕ ਪਾਸੇ ਤਾਂ ਸਿੱਖ ਜੇ ਖਾਲਿਸਤਾਨ ਦਾ ਨਾਂ ਵੀ ਲੈਂਦੇ ਆ, ਉਹਨਾਂ ਦੇ ਤਾਂ ਆਪਾਂ ਕਹਿੰਦੇ ਦੇਸ਼ ਧਰੋਹ ਹੋ ਗਿਆ ਜੀ, ਇਹ ਤਾਂ ਦੇਸ਼ ਦੇ ਨਾਲ ਮਤਲਬ ਉਹਨਾਂ ਦੀ ਮੁਖਾਲਫਤ ਸ਼ੁਰੂ ਹੋ ਗਈ, ਨਾ ਤੇ ਕਾਰਵਾਈਆਂ ਹੋਣੀ ਚਾਹੀਦੀਆਂ ਨੇ, ਹਿੰਦੂ ਭਾਈਚਾਰੇ ਨੂੰ ਖਤਰਾ ਹੋ ਗਿਆ, ਜਿਹੜੀ ਕਮਿਊਨਲ ਹਾਰਮੋਨੀ ਨੂੰ ਖਤਰਾ ਹੋ ਗਿਆ। ਦੂਜੇ ਪਾਸੇ ਅਰਸ਼ ਜੀ ਜਿਹੜੀ RSS ਹੈ, RSS ਸਾਡੇ ਦੇਸ਼ ਦਾ ਸੰਵਿਧਾਨ ਕੀ ਸਿਖਾਉਂਦਾ ਕਿ ਸਾਰੇ ਦੇ ਸਾਰੇ ਧਰਮ, ਸਾਰੇ ਖਿੱਤੇ, ਸਾਰੀਆਂ ਭਾਸ਼ਾਵਾਂ, ਸਾਰਿਆਂ ਨੂੰ ਮਾਣ ਸਤਿਕਾਰ ਚਲਾਉਣ ਵਾਸਤੇ ਇੱਕ ਦੇਸ਼ ਦਾ ਇੱਕ ਸੰਵਿਧਾਨ ਹੈ। ਕੀ RSS ਉਸ ਸੰਵਿਧਾਨ ਨੂੰ ਮੰਨ ਰਹੀ ਹੈ? ਸਿੱਖਾਂ ਤੇ ਤਾਂ ਤੁਸੀਂ ਉਂਗਲ ਖੜੀ ਕਰਤੀ ਵੀ ਹਾਂਜੀ ਖਾਲਿਸਤਾਨ ਦਾ ਜ਼ਿਕਰ ਹੋ ਗਿਆ ਜੀ, ਪਤਾ ਨਹੀਂ ਕੀ ਹੋ ਗਿਆ। RSS ਦੇ BJP ਦੇ ਵੱਡੇ ਲੀਡਰ ਇਹ ਬਿਆਨ ਦਿੰਦੇ ਆ ਕਿ ਇਹ ਹਿੰਦੂ ਰਾਸ਼ਟਰ ਹੋਣਾ ਚਾਹੀਦਾ ਹੈ, ਕਿ ਇਹ ਅਲਗਾਵਵਾਦ ਨਹੀਂ, ਕਿ ਇਹ ਖਾਲਿਸਤਾਨ ਤੋਂ ਘੱਟ ਮਾੜੀ ਹਰਕਤ ਹੈ, ਕਿ ਇਹ ਉਸ ਤਰ੍ਹਾਂ ਦਾ ਦੇਸ਼ ਧਰੋਹ ਦੇ ਪਰਚੇ ਇਹਨਾਂ ਤੇ ਦਰਜ ਨਹੀਂ ਹੋਣੇ ਚਾਹੀਦੇ। ਮੈਂ ਸਮਝਦਾ ਕਿ ਇਸ ਵੇਲੇ ਸਿੱਖਾਂ ਤੇ ਉਂਗਲ ਉਠਾਉਣ ਦੀ ਬਜਾਏ RSS ਦੇਸ਼ ਦੇ ਸੰਵਿਧਾਨ ਵਾਸਤੇ ਸਭ ਤੋਂ ਵੱਧ ਖਤਰਨਾਕ ਹੈ। ਇਹਨਾਂ ਨੇ ਜਦੋਂ ਦੇਸ਼ ਦਾ ਸੰਵਿਧਾਨ ਬਣਿਆ ਉਦੋਂ ਝੰਡੇ ਦਾ ਸਨਮਾਨ ਨਹੀਂ ਕੀਤਾ, ਉਸ ਤੋਂ ਬਾਅਦ ਚੋਂ ਵੀ ਹੁਣ ਵੀ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ, ਜੇਕਰ ਤੁਸੀਂ ਕਹਿੰਦੇ ਹੋ ਹਿੰਦੂ ਰਾਸ਼ਟਰ ਹੈ ਤਾਂ ਬਾਕੀ ਦੇ ਜਿਹੜੇ ਭਾਰਤ ਇੱਕ ਧਰਮ ਨੇ ਇੱਕ ਦੇ ਜਿਹੜੇ ਨਾਅਰੇ ਨੇ ਬਾਕੀ ਕਮਿਊਨਿਟੀਜ਼ ਕਿੱਥੇ ਜਾਣਗੀਆਂ? ਤੁਸੀਂ ਉਹਨਾਂ ਨੂੰ ਧੱਕੇ ਨਾਲ ਆਪਣੀ ਤਾਕਤ ਦੇ ਜੇਕਰ ਪਾਵਰ 'ਚ ਤੁਸੀਂ ਬੈਠੇ ਹੋ ਤਾਂ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਸਿੱਖ ਬੋਧੀ ਜੈਨੀ ਜਿੰਨੇ ਵੀ ਨੇ ਉਹਨਾਂ ਨੂੰ ਤੁਸੀਂ ਆਪਣੇ ਥੱਲੇ ਰੱਖਣਾ ਚਾਹੁੰਦੇ ਹੋ। ਇਹ ਕਿਤੇ ਨਾ ਕਿਤੇ ਇਹ ਬੜੀ ਇੰਪੋਰਟੈਂਟ ਗੱਲ ਹੈ। ਇਸ ਗੱਲ ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਵੀ ਉਸ ਮਾਮਲੇ 'ਚ ਚੁੱਪ ਰਹਿੰਦਾ, ਦੇਸ਼ ਦਾ ਗ੍ਰਹਿ ਮੰਤਰੀ ਵੀ ਉਹਨਾਂ ਮਾਮਲੇ 'ਚ ਚੁੱਪ ਰਹਿੰਦਾ। ਸੋ ਇਸ ਕਰਕੇ ਜੇਕਰ ਸਾਰੇ ਹੋ ਕੇ ਉਹਨਾਂ ਵੱਲ ਨੂੰ ਕਿਸੇ ਦੀ ਹਿੰਮਤ ਨਹੀਂ, ਕਿਸੇ ਮੀਡੀਆ ਦੀ ਹਿੰਮਤ ਨਹੀਂ, ਕਿਸੇ ਦੀ ਇਹ ਗੱਲ ਨਹੀਂ ਕਿ ਉਹਨਾਂ ਨੂੰ ਸਵਾਲ ਪੁੱਛ ਲਏ ਕਿ ਤੁਸੀਂ ਹਿੰਦੂ ਰਾਸ਼ਟਰ ਦਾ ਕਿਵੇਂ ਵੀ ਇੱਥੇ ਵਿਖਿਆਨ ਕਰੀ ਜਾਂਦੇ ਹੋ। ਜੇ ਸਿੱਖਾਂ ਨੇ ਕੋਈ ਗੱਲ ਕੀਤੀ ਹੈ ਕਿ ਸਾਨੂੰ ਵੱਧ ਅਧਿਕਾਰ ਦਿੱਤੇ ਜਾਣ, ਸਾਡੀ ਕੋਈ ਮਾੜੀ ਗੱਲ ਹੈ ਕਿ ਅਸੀਂ ਦੇਸ਼ ਵਾਸਤੇ ਕੋਈ ਕੁਰਬਾਨੀ ਨਹੀਂ ਕੀਤੀ, ਅਸੀਂ ਤਾਂ ਦੇਸ਼ 'ਚ ਸਭ ਤੋਂ ਵੱਧ ਤਾਂ ਸਾਡੀਆਂ ਕੁਰਬਾਨੀਆਂ ਨੇ। ਸੋ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਜਿਹੜਾ ਖਾਲਿਸਤਾਨ ਦੇ ਨਾਂ ਤੇ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਇਹ ਕਰ ਰਹੀ ਹੈ, ਪਰ ਇਹ 'ਚ ਸਭ ਤੋਂ ਵਧੀਆ ਕਰ ਰਹੀ ਸੁਖਪਾਲ ਸਿੰਘ ਖਹਿਰਾ ਹੋਣੇ, ਸਾਡੀ ਲੀਡਰਸ਼ਿਪ ਨੂੰ ਅੱਗੇ ਆਉਣਾ ਚਾਹੀਦਾ, ਦੱਸਣਾ ਚਾਹੀਦਾ ਸਿੱਖਾਂ ਨੂੰ। ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਖਾਲਿਸਤਾਨ ਚਾਹੀਦਾ ਜੀ, ਸਾਨੂੰ ਉੱਥੇ ਖਾਲਿਸਤਾਨ ਬਣਾ ਦਿਓ ਜੀ, ਅਸੀਂ ਆਪਸ ਵਿੱਚ ਜੁੱਧ ਹੋ ਜਾਈਏ। ਕਹਿਣ ਦਾ ਭਾਵ ਤਾਂ ਇਹੀ ਹੈ ਕਿ ਸਾਨੂੰ ਅਧਿਕਾਰ, ਸਾਨੂੰ ਖੁੱਲ੍ਹ ਕੇ ਗੱਲ ਤਾਂ ਕਰਨੀ ਚਾਹੀਦੀ ਹੈ ਨਾ। ਮੈਂ ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਇੰਟਰਵਿਊ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਕਿ ਅਸੀਂ ਪੜ੍ਹੇ ਲਿਖੇ ਲੋਕ ਹਾਂ, ਸਾਨੂੰ ਘੱਟੋ-ਘੱਟ ਅਧਿਕਾਰ ਮੰਗਣ ਦੀ ਵੀ ਉਹ ਨਹੀਂ। ਇੱਕ ਪਾਸੇ ਤੁਸੀਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰ ਰਹੇ ਹੋ, ਇੱਕ ਪਾਸੇ ਸਾਨੂੰ ਕੋਈ ਅਧਿਕਾਰ ਵੀ ਨਹੀਂ ਹੈ, ਅਸੀਂ ਗੱਲ ਨਹੀਂ ਕਰ ਸਕਦੇ। ਸੋ ਇਹ ਸੌੜੀ ਸਿਆਸਤ ਸਾਰੀ ਕੁਝ ਹੋ ਰਹੀ ਹੈ ਔਰ ਵੱਡੀਆਂ ਤਾਕਤਾਂ ਇੱਕ ਪਾਸੇ ਹੋ ਕੇ ਸਿੱਖਾਂ ਨੂੰ ਹਮੇਸ਼ਾ ਦੱਬਣ ਦੀ ਕੋਸ਼ਿਸ਼ ਕਰਦੀਆਂ ਨੇ। ਇਹ ਚੰਗੀ ਗੱਲ ਨਹੀਂ ਹੈ ਦੇਸ਼ ਦੀ ਔਰ ਅਖੰਡਤਾ ਵਾਸਤੇ ਵੀ ਚੰਗੀ ਗੱਲ। ਬਿਲਕੁਲ, ਬਹੁਤ ਜ਼ਿਆਦਾ ਜਿਹੜੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਵਿੱਚ ਦੀ ਇੱਕ ਗੱਲ ਹੋਰ ਸਾਹਮਣੇ ਆ ਰਹੀ ਸੀ ਕਿ ਚੀਨ ਸਮਰਥਨ ਕਰ ਰਿਹਾ ਹੁਣ। ਚਾਈਨਾ ਦੇ ਵੱਲੋਂ ਵੀ ਜਿਹੜੀਆਂ ਖਬਰਾਂ ਖਾਲਿਸਤਾਨ ਦੇ ਪ੍ਰਤੀ ਆ ਰਹੀਆਂ ਨੇ ਕਿ ਚੀਨ ਹੁਣ ਸਮਰਥਨ ਕਰੇਗਾ, ਉਹ ਖਬਰਾਂ ਵੀ ਜਿਹੜੀਆਂ ਉਹ ਹੈਡਲਾਈਨਸ ਬਣੀਆਂ ਹੋਈਆਂ ਨੇ ਅੱਜ ਕੱਲ੍ਹ। ਤੇ ਨਾਲ ਚਾਈਨਾ ਦੇ ਮਾਮਲੇ 'ਚ ਤਾਂ ਹੁਣ ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਅੰਨੇ ਭਗਤ ਬਹੁਤ ਨੇ। ਉਹ ਮਤਲਬ ਕਈ ਵਾਰੀ ਵੱਖ-ਵੱਖ ਪਾਰਟੀਆਂ ਦੇ ਨਾਲ, ਸਾਡੇ ਦੇਸ਼ ਦੀ ਮੈਂ ਸਟਾਰਟਿੰਗ 'ਚ ਗੱਲ ਕੀਤੀ ਹੈ ਨਾ ਕਿ ਤੁਸੀਂ ਉੱਥੇ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ, ਤੁਸੀਂ ਵਿਗਿਆਨਕ ਸੋਚ ਨਹੀਂ ਲਿਆ ਸਕਦੇ, ਤੁਹਾਡੇ ਮੂੰਹ ਤੇ ਮਿੱਟੀ ਮਲੀ ਹੋਣੀ ਚਾਹੀਦੀ ਹੈ, ਕੱਪੜੇ ਤੁਹਾਡੇ ਖਰਾਬ ਹੋਣੇ ਚਾਹੀਦੇ ਨੇ, ਤੁਸੀਂ ਸਿਰਫ ਤੇ ਸਿਰਫ ਭਗਤੀ ਕਰਦੇ ਹੋਣੇ ਚਾਹੀਦੇ ਹੋ। ਔਰ ਡਾਇਲਸਿਸ ਤੋਂ ਸ਼ੁਰੂ ਹੋ ਕੇ ਇੱਕ ਲੀਡਰ ਤੇ ਜਾ ਕੇ ਖੜ ਜਾਂਦੀ ਹੈ। ਸਾਰੀਆਂ ਪਾਰਟੀਆਂ ਦਾ ਇਹੀ ਹਾਲ ਹੈ।
ਹੁਣ ਇੱਕ ਪਾਸੇ ਤਾਂ ਅਸੀਂ ਕਹਿੰਦੇ ਸਾਡਾ 56 ਇੰਚ ਦਾ ਸੀਨਾ ਹੈ, ਅਸੀਂ ਪਾਕਿਸਤਾਨ ਨੂੰ ਮਿੱਟੀ 'ਚ ਰੋਲ ਦਿਆਂਗੇ, ਅਸੀਂ ਫਲਾਣੇ ਤੋਂ ਧਰ ਦਿਆਂਗੇ। ਤੁਹਾਡੇ 60 ਕਿਲੋਮੀਟਰ ਤੱਕ ਚਾਈਨਾ ਅੰਦਰ ਆ ਗਿਆ, ਉਹ ਤੁਹਾਡਾ 56 ਇੰਚ ਦਾ ਸੀਨਾ ਸੁੰਗੜ ਕੇ 26 ਇੰਚ ਦਾ ਰਹਿ ਗਿਆ, ਤੁਸੀਂ ਉੱਥੇ ਕੋਈ ਨਹੀਂ ਕਰ ਰਹੇ। ਸੋ ਇਸ ਕਰਕੇ ਦੋਗਲੀਆਂ ਨੀਤੀਆਂ ਨੇ। ਹੁਣ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕਿਉਂਕਿ ਚਾਈਨਾ ਦੇ ਨਾਲ ਉਧਰ ਕਲੈਸ਼ ਵੱਧ ਰਿਹਾ ਹੈ, ਉਧਰ ਨੇਪਾਲ ਵਰਗਾ ਜਿਹੜਾ ਵਿਚਾਰਾ 3 ਚ ਨਾ 13 ਚ ਨਾ ਪਲੇਅਰ ਚ ਨਾ ਸਪੇਅਰਾਂ ਚ, ਉਹ ਤੁਹਾਨੂੰ ਅੱਖਾਂ ਦਿਖਾ ਰਿਹਾ ਹੈ। ਸੋ ਉਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਕਰ ਰਿਹਾ ਹੈ, ਸਾਰੀਆਂ ਦੇ ਸਾਰੀਆਂ ਉਹ ਟਰੈਕਟਰ ਵਾਲੀ ਹਾਲਤ ਸਾਡੇ ਮੁਲਕ ਦੀ ਹੋਈ ਪਈ ਹੈ। ਇੱਕ ਟਰੈਕਟਰ ਖੜਾ ਹੈ, ਉਹਦੇ ਟਾਇਰ ਵੀ ਹੈ ਨਹੀਂ, ਉਹ ਵੀ ਵੇਚਤੇ, ਉਹਦੀ ਸਸਪੈਂਸ਼ਨ ਵੀ ਵੇਚਤੀ, ਉਹਦਾ ਇੰਜਣ ਸੀਗਾ ਉਹ ਵੀ ਕੱਢ ਕੇ ਵੇਚਤਾ, ਉਹਦਾ ਸਟੀਅਰਿੰਗ ਵੀ ਕਿਸੇ ਨੂੰ ਚੁਕਾਤਾ, ਉਹਦੀ ਲਿਫਟ ਵੀ ਬਣਾ ਕੇ ਕਿਸੇ ਨੇ ਕੋਈ ਘਰੇ ਵਰਤ ਲਈ, ਉਹ ਕੱਲਾ ਖੜਾ, ਉਹ ਕਹਿੰਦਾ ਮੈਂ ਆਪਣਾ ਟਰੈਕਟਰ ਨਹੀਂ ਵਿਕਣ ਦੇਣਾ। ਮਤਲਬ ਉਹ ਹਾਲਤ ਹੋਏ ਪਏ ਨੇ, ਮੁਲਕ ਦਾ ਪਠਾ ਸਾਡਾ ਬੈਠਿਆ ਪਿਆ, ਸਾਰਾ ਪ੍ਰਾਈਵੇਟ ਸੈਕਟਰ ਨੂੰ ਵੇਚ ਕੇ ਰੱਖਤਾ। ਅਜੇ ਕਹੀ ਜਾਂਦੇ ਭਾਰਤ ਮਾਤਾ ਬਚਾਉਣੀ ਹੈ, ਭਾਰਤ ਮਾਤਾ ਦਾ ਅੱਧੇ ਤੋਂ ਵੱਧ ਜਿਹੜਾ ਉੱਪਰਲਾ ਸਿਰ ਹੈ ਉਹ ਚਾਈਨਾ ਨੇ ਕਬਜ਼ਾ ਕੀਤਾ ਹੈ, ਇੱਧਰਲੇ ਪਾਸੇ ਪਾਕਿਸਤਾਨ ਨੇ ਕੀਤਾ ਹੈ, ਉਧਰ ਉੱਤਰਾਂਚਲ 'ਚ ਫੇਰ ਚਾਈਨਾ ਨੇ ਕੀਤਾ ਹੋਇਆ। ਕਿੱਥੇ ਖੜੇ ਆ ਅਸੀਂ? ਸਿਰਫ ਤੇ ਸਿਰਫ ਹਵਾਈ ਗੱਲਾਂ ਕਰਕੇ ਅਸੀਂ ਕਦੋਂ ਤੱਕ ਟਾਈਮ ਪਾਉਂਦੇ? ਬਿਲਕੁਲ ਬਿਲਕੁਲ, ਸਾਨੂੰ ਜਿਹੜੀ ਗੱਲ ਹੈਗੀ ਆ ਉਹ ਕਰਨੀ ਚਾਹੀਦੀ ਹੈ ਜਿਹਦੇ ਕੋਈ ਸਿਰ ਪੈਰ ਹੋਣ, ਐਂ ਕਹਿ ਸਕਦੇ ਆ। ਬਿਨਾਂ ਸਿਰ ਪੈਰ ਵਾਲੀਆਂ ਗੱਲਾਂ ਦਾ ਨਾ ਤਾਂ ਕੋਈ ਅੰਤ ਹੁੰਦਾ, ਨਾ ਉਹਦੀ ਸ਼ੁਰੂਆਤ ਹੁੰਦੀ ਹੈ, ਨਾ ਉਹਦਾ ਮੱਧ ਹੁੰਦਾ ਆ। ਸੋ ਇਦਾਂ ਹਵਾ ਦੇ ਵਿੱਚ ਹੀ ਰਹਿ ਜਾਂਦੀਆਂ ਨੇ। ਹੁਣ ਪੰਜਾਬ ਦੇ ਵਿੱਚ ਕਹਿੰਦੇ GST ਘਟ ਰਹੀ ਹੈਗੀ ਹੈ, GST ਦਾ ਬਹੁਤ ਰੌਲਾ ਪਿਆ ਪਿੱਛੇ ਜੇ GST ਲੱਗ ਜਾਂਦੀ ਹੈ ਜੀ, ਖਰਚੇ ਵੱਧ ਜਾਂਦੇ, ਹੁਣ ਘਟ ਰਹੀ ਹੈਗੀ ਹੈ, ਉਹਦੇ ਬਾਰੇ ਕੀ ਖਬਰ ਹੈ? GST ਅਸਲ 'ਚ COVID-19 ਨੇ ਸਾਰੀਆਂ ਚੀਜ਼ਾਂ ਨੂੰ ਪ੍ਰਭਾਵਿਤ ਕੀਤਾ ਦੇਸ਼ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਕਿ ਸਰਕਾਰਾਂ ਜਿਹੜੀ ਇਸ ਵੇਲੇ ਕੇਂਦਰ ਦੇ ਵਿੱਚ ਬੈਠੀ ਹੈ, ਤਾਂ ਉਹਨਾਂ ਨੇ ਇਹ ਕੋਸ਼ਿਸ਼ ਉਹਨਾਂ ਦੀ ਹੈ ਕਿ ਜਿਹੜੇ ਸੂਬਿਆਂ ਦੇ ਅਧਿਕਾਰ ਨੇ ਉਹਨਾਂ ਨੂੰ ਘਟਾ ਕੇ ਕੇਂਦਰ ਨੂੰ ਇੱਕ ਥਾਣੇਦਾਰ ਦੇ ਤੌਰ ਤੇ ਸਾਰਾ ਕੰਟਰੋਲ ਆਪਣੇ ਕੋਲ ਰੱਖੇ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਪਾਰਟੀਆਂ ਗੱਲਾਂ ਤਾਂ ਬਹੁਤ ਕਰਦੀਆਂ ਹੁੰਦੀਆਂ ਸੀ ਕਿ ਸਾਡੀ ਸਿਧਾਂਤਾਂ ਦੀ ਲੜਾਈ ਹੈ, ਪਰ ਜਿੱਥੇ ਇਹਨਾਂ ਨੂੰ ਆਪਣੀ ਕੁਰਸੀ ਦੀ ਲੋੜ ਹੁੰਦੀ ਹੈ, ਸਾਰੇ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਉਹਨਾਂ ਦੇ ਜਾ ਕੇ ਘਰਾਂ 'ਚ ਬਹਿ ਜਾਂਦੇ ਆ। ਬਿਲਕੁਲ। ਹੁਣ ਕੋਵਿਡ ਆਉਣ ਤੋਂ ਬਾਅਦ ਜਿਹੜਾ GST ਜਿਹੜੀ ਲੱਗਦੀ ਸੀ, GST ਤੋਂ ਕੇਂਦਰ ਸਰਕਾਰ ਇਹਨਾਂ ਦਾ GST ਦਾ ਪੈਸਾ ਆਪਣੇ ਕੋਲ ਲੈ ਕੇ ਜਾਂਦੀ ਸੀ, ਫਿਰ ਇਹ ਉਹਨਾਂ ਦੀਆਂ ਮਿੰਨਤਾਂ ਕਰਦੇ ਸੀ ਕਿ ਸਾਨੂੰ GST ਦੇ ਦਿਓ ਜੀ। ਫਿਰ ਉਹਨਾਂ ਨੂੰ ਜਿਹੜਾ ਚੰਗਾ ਸੂਬਾ ਲੱਗਦਾ ਸੀ ਉਹਨੂੰ ਤਾਂ ਉਹ ਆਪਣੇ ਸਕੇ ਪੁੱਤ ਨੂੰ ਤਾਂ ਦੇ ਦਿੰਦੇ ਸੀ, ਜਿਹੜਾ ਮਤਰੇਆ ਪੁੱਤ ਜਿਹੜੇ ਚ ਦੂਜੀਆਂ ਪਾਰਟੀਆਂ ਰਾਜ ਕਰਦੀਆਂ ਸੀ ਉਹਨਾਂ ਨੂੰ ਇਹ ਦਬ ਕੇ ਰੱਖਦੇ ਸੀ। ਪੰਜਾਬ ਦਾ ਰੌਲਾ ਵੀ ਇਸੇ ਗੱਲ ਦਾ ਸੀ। ਪਿਛਲੇ 4-5 ਮਹੀਨਿਆਂ 4-5 ਦਾ ਉਹਦਾ ਜਿਹੜਾ ਟੈਕਸ ਸੀਗਾ ਉਹ ਲਗਭਗ 6000 ਤੋਂ ਉੱਪਰ ਦਾ ਬਣਦਾ ਸੀ। 4400 ਦਾ ਟੈਕਸ ਤਾਂ 4400 ਰੁਪਈਆ ਨਹੀਂ ਕਹਿ ਰਿਹਾ ਮੈਂ, 4400 ਕਰੋੜ ਦੀ ਗੱਲ ਕਰਦਾ, ਤੇ 4400 ਕਰੋੜ ਅਜੇ ਵੀ ਪੰਜਾਬ ਨੇ ਉਹਨਾਂ ਤੋਂ ਲੈਣਾ ਸੀ। ਹੁਣ ਹੋਣਾ ਕੀ ਹੈ ਇਸ ਵਾਰੀ ਜੀ? ਨਿਰਮਲਾ ਸੀਤਾਰਮਨ ਜਿਹੜੀ ਸਾਡੀ ਫਾਈਨਾਂਸ ਮਿਨਿਸਟਰ ਸਾਡੇ ਮੁਲਕ ਦੀ, ਉਹਦਾ ਬਿਆਨ ਆਇਆ ਕਿ ਕੋਵਿਡ ਕਰਕੇ GST 45% ਭਾਰਤ ਦੇ ਵਿੱਚ ਘਟ ਗਈ ਹੈ, ਔਰ ਉਸ ਦੇ ਮੁਤਾਬਕ ਸਾਡੇ ਸੂਬੇ ਨੂੰ, ਪੰਜਾਬ ਨੂੰ 1919 ਤੋਂ 20 ਤੱਕ ਲਗਭਗ 1350 ਕਰੋੜ ਰੁਪਈਆ GST ਦਾ ਉਹ ਆਉਣਾ ਚਾਹੀਦਾ ਸੀ। ਉਹ 'ਚ ਘਾਟਾ ਸਾਨੂੰ ਇਹ ਪੈਣਾ ਹੈ, ਤੇ ਐਕਸਪੈਕਟਡ ਸੀਗਾ ਜਿਹੜਾ ਸਾਨੂੰ ਅੱਗੇ ਜਾ ਕੇ 1920-21 ਦੇ ਵਿੱਚ ਉਹ ਲਗਭਗ 1450 ਜਾਂ 1500 ਕਰੋੜ ਆਉਣਾ, ਉਹਦਾ ਵੀ ਨੁਕਸਾਨ ਸਾਨੂੰ ਹੋਣਾ ਹੈ। ਹੁਣ ਇੱਕ ਪਾਸੇ ਤਾਂ ਸਾਨੂੰ ਕੋਵਿਡ ਨੇ ਮਾਰਤੀ ਹੈ, ਇੱਕ ਪਾਸੇ ਸਾਡਾ ਕੋਈ ਵੀ ਕਾਰੋਬਾਰ ਨਹੀਂ ਚੱਲ ਰਿਹਾ, ਦੂਜੇ ਪਾਸੇ ਕੇਂਦਰ ਸਾਡੇ ਨਾਲ ਮਤਰਿਆ ਵਿਵਹਾਰ ਕਰ ਰਹੀ ਹੈ, ਫਿਰ ਕਿਤੋਂ ਆਰਡੀਨੈਂਸ ਲੈ ਕੇ ਆ ਰਹੀ ਹੈ। ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿੱਥੇ ਸਾਡਾ ਖਿੱਤਾ ਪਹਿਲਾਂ ਹੀ ਸਾਡਾ ਜੂਝ ਰਿਹਾ ਹੈ, ਪਾਣੀ ਦੇ ਮਾਮਲੇ 'ਚ ਸਾਡੇ ਨਾਲ ਧੱਕਾ ਸ਼ਰੇਆਮ ਹੋ ਰਿਹਾ ਹੈ, ਹੁਣ ਆ ਜਿਹੜਾ ਆਰਡੀਨੈਂਸ ਲਿਆਂਦਾ ਇਹਦੇ ਸਾਡੇ ਨਾਲ ਧੱਕਾ ਕਰਨਾ ਹੈ। ਰਹਿੰਦੀ ਖੁੰਦੀ ਕਸਰ ਜਿਹੜਾ GST ਘਟ ਗਿਆ, ਪੰਜਾਬ ਦੇ ਹਾਲਾਤ ਤੁਸੀਂ ਵੱਡੇ ਕੈਨਵਸ ਤੇ ਜੇ ਸੋਚ ਕੇ ਦੇਖਦੇ ਆ ਨਾ, ਇੱਕ ਬੰਜਰ ਭੂਮੀ ਨਜ਼ਰ ਆਉਂਦੀ ਹੈ ਮੈਨੂੰ। ਜੇਕਰ ਮੈਂ ਆਪਣੀ ਦੂਰ ਦ੍ਰਿਸ਼ਟੀ ਨਾਲ ਦੇਖ ਕੇ ਦੇਖਦਾ, ਮੈਨੂੰ ਬੇਰੋਜ਼ਗਾਰੀ ਦੀਆਂ ਲੰਬੀਆਂ ਲਾਈਨਾਂ ਨਜ਼ਰ ਆਉਂਦੀਆਂ ਨੇ, ਮੈਨੂੰ ਖੁਦਕੁਸ਼ੀਆਂ ਕਰਕੇ ਮਰਦੇ ਨੌਜਵਾਨ ਨਜ਼ਰ ਆ ਰਹੇ ਹੈ। ਪਰ ਉੱਪਰ ਬੈਠੀ ਜਿਹੜੀ ਕੇਂਦਰ ਸਰਕਾਰਾਂ ਨੇ ਜਾਂ ਫਿਰ ਸਾਨੂੰ ਰੀਪ੍ਰੈਜ਼ੈਂਟ ਕਰਨ ਵਾਲੀਆਂ ਪਾਰਟੀਆਂ ਨੇ, ਉਹਨਾਂ ਦੇ ਲੀਡਰਾਂ ਨੂੰ ਸਮਝ ਆ ਰਹੀ ਹੈ, ਪਰ ਉਹ ਆਪਣੇ ਨਿੱਜੀ ਮੁਫਾਦਾਂ ਵਾਸਤੇ ਸਾਨੂੰ ਸਾਰੇ ਥਾਂ ਵੇਚਣ ਨੂੰ ਤਿਆਰ ਹੋਏ। ਬਜਟ ਜਿਹੜਾ ਹਰ ਥਾਂ ਦੇ ਉੱਤੇ ਹਿੱਲਿਆ ਹੋਇਆ ਆ। ਹੁਣ ਅਸੀਂ ਸਾਡੇ ਕੈਨੇਡਾ ਦੇ ਵਿੱਚ ਬਜਟ ਪੇਸ਼ ਹੀ ਨਹੀਂ ਕੀਤਾ ਜਾ ਰਿਹਾ, ਮੰਗ ਕੀਤੀ ਜਾ ਰਹੀ ਹੈ ਕਿ ਸਾਡਾ ਬਜਟ ਜਿਹੜਾ ਹੈ ਉਹ ਪੇਸ਼ ਕੀਤਾ ਜਾਵੇ, ਪਰ ਸਾਡੇ ਫਾਈਨੈਂਸ ਮਿਨਿਸਟਰ ਨੇ ਬਿਲ ਮੋਰਨੀਓ, ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਬਜਟ ਦਾ ਹੁਣੇ ਸਹੀ ਸਮਾਂ ਨਹੀਂ ਹੈ। ਪ੍ਰਧਾਨ ਮੰਤਰੀ ਤੋਂ ਪੁੱਛਿਆ ਗਿਆ ਕਿ ਬਜਟ ਤੁਸੀਂ ਪੇਸ਼ ਕਰਨਾ, ਕਿੱਥੋਂ ਪੈਸੇ ਆ ਰਹੇ ਨੇ ਜਿਹੜੇ ਇੰਨੇ ਦੇ ਰਹੇ ਨੇ, ਕੈਨੇਡੀਅਨਸ ਨੂੰ ਦੇ ਰਹੇ ਆ ਤੁਸੀਂ? ਉਹ ਕਹਿੰਦੇ ਕਿ ਅਸੀਂ ਇੱਕ ਵਾਰ ਕੈਨੇਡੀਅਨਸ ਦੀ ਲਾਈਫ ਨੂੰ ਸੈਟਲ ਕਰਨਾ, ਪੈਸੇ ਫੇਰ ਦੇਖ ਲਾਂਗੇ ਅਸੀਂ ਕਿੱਥੋਂ ਆਏ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਕਿ ਹੁਣ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਸਾਨੂੰ ਦੱਸੋ ਕਿੱਥੋਂ ਆਏ ਨੇ ਪੈਸੇ। ਹੁਣ ਸਰਬ CERB ਜਿਹੜੀ ਦਿੱਤੀ ਗਈ ਸੀਗੀ,
ਉਹ ਪਹਿਲਾਂ ਤਾਂ ਸਾਰਿਆਂ ਨੂੰ 2-2000 ਅੰਨ੍ਹੇਵਾਹ ਵੰਡਿਆ ਗਿਆ ਕਿ ਭਾਈ ਤੂੰ ਵੀ ਲੈ ਲਾ, ਤੂੰ ਵੀ ਲੈ ਲਾ, ਕੁਝ ਨਹੀਂ ਪੁੱਛਿਆ ਗਿਆ, ਸਿਰਫ SIN ਨੰਬਰ ਉਹਨਾਂ ਤੋਂ ਲਿਆ ਗਿਆ ਤੇ ਸਾਰਿਆਂ ਨੇ ਅਪਲਾਈ ਕਰਤਾ, ਇੱਕ ਦੂਜੇ ਦੇ ਮਗਰ ਲੱਗ ਕੇ ਕਰ ਦਿੱਤਾ, ਕਈਆਂ ਨੇ ਕਨਫਿਊਜ਼ਨ ਦੇ ਵਿੱਚ ਕਰ ਦਿੱਤਾ, ਕਈਆਂ ਨੇ ਇਹ ਕਰ ਦਿੱਤਾ ਕਿ ਪੈਸੇ ਮਿਲ ਰਹੇ ਆ ਫਟਾਫਟ ਲੈ ਲਓ, ਤੇ ਕਈਆਂ ਨੇ ਜਾਣ ਬੁੱਝ ਕੇ ਜਿਹੜਾ ਉਹ ਸਰਬ ਜਿਹੜਾ ਉਹ ਅਪਲਾਈ ਕਰ ਦਿੱਤਾ। 2-2000 ਸਾਰਿਆਂ ਨੂੰ ਆ ਗਿਆ, ਸਾਰੇ ਖੁਸ਼ ਕਿ ਅਸੀਂ ਘਰੇ ਬੈਠੇ ਜਿਹੜੇ ਕਮਾ ਰਹੇ ਆ। ਫਿਰ ਆ ਗਏ ਫੋਨ ਬਿਜ਼ਨੈਸਸ, ਸਮਾਲ ਬਿਜ਼ਨੈਸਸ ਦੇ। ਸਮਾਲ ਬਿਜ਼ਨੈਸਸ ਵਾਲੇ ਫੋਨ ਕਰਦੇ ਆ ਆਪਣੇ EMPLOYE ਨੂੰ ਕਿ ਆਜੋ ਕੰਮ ਤੇ ਭਾਈ, ਆਪਾਂ ਕੰਮ ਖੋਲ ਲਏ ਆ, ਪਰ ਉਹ ਕਹਿੰਦੇ ਸਾਨੂੰ 2000 ਆ ਗਿਆ, ਅਸੀਂ ਕਿਉਂ ਆਈਏ ਕੰਮਾਂ ਦੇ ਉੱਤੇ। ਹੁਣ ਸਮਾਲ ਬਿਜ਼ਨਸ ਵਾਲੇ ਮੰਗ ਕਰ ਰਹੇ ਨੇ ਕਿ ਸਾਡੇ ਕੰਮ ਖੁੱਲੇ ਨੇ, EMPLOYE ਨਹੀਂ ਆ ਰਿਹਾ, ਅਸੀਂ ਕੀ ਕਰੀਏ। ਜਿਹੜੀਆਂ ਸ਼ਿਕਾਇਤਾਂ ਜਿਹੜੀਆਂ ਗਈਆਂ, ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਕਿ ਭਾਈ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਲਈ ਆ ਮੋੜ ਦਿਓ ਹੁਣ ਸਹੀ ਤਰੀਕੇ ਦੇ ਨਾਲ, ਤੇ ਨਹੀਂ ਤਾਂ ਫਿਰ ਕਾਰਵਾਈ ਕੀਤੀ ਜਾਊਗੀ। ਹੁਣ ਪਹਿਲਾਂ ਕਹਿੰਦੇ ਦਿੱਤੇ ਕਿਉਂ, ਤੇ ਹੁਣ ਜੇ ਤੁਸੀਂ ਪੈਸੇ ਦਿੱਤੇ ਸੀ ਤਾਂ ਹੁਣ ਉਹਨਾਂ ਨੂੰ ਮੰਗ ਕਿਉਂ ਰਹੇ ਹੋ। ਫਿਰ ਕਈਆਂ ਨੇ ਡਰਦਿਆਂ ਨੇ ਮੋੜ ਦਿੱਤੀ ਕਿ ਡਬਲ ਪੈਸੇ ਨਾ ਭਰਨੇ ਪੈ ਜਾਣ, ਨਾਲ $5000 ਦਾ ਫਾਈਨ ਤੇ ਨਾਲ 5 ਸਾਲ ਦੀ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ। ਫਿਰ ਜਦੋਂ CRA ਨੇ ਜਿਹੜੀ ਰਿਪੋਰਟ ਦਿੱਤੀ ਆ ਉਹਦੇ ਵਿੱਚ ਦੱਸਿਆ ਗਿਆ ਕਿ 1,90,000 ਲੋਕਾਂ ਨੇ ਜਿਹੜੇ ਸਰਬ ਦੇ ਪੈਸੇ ਆ ਮੋੜ ਦਿੱਤੇ ਜੀ। ਪੈਸੇ ਜਿਹੜੇ ਵਧੀਆ ਗੱਲ ਹੈ, ਕਿਸੇ ਨੇ ਗਲਤੀ ਨਾਲ ਵੀ ਹੋ ਸਕਦਾ, ਇਹ ਨਹੀਂ ਕਿ ਅਸੀਂ ਸਾਰਿਆਂ ਨੂੰ ਇੱਥੇ ਬਲੇਮ ਕਰ ਰਹੇ ਹਾਂ ਕਿ ਸਾਰਿਆਂ ਨੇ ਜਾਣ ਬੁੱਝ ਕੇ ਜਿਹੜਾ ਉਹ ਅਪਲਾਈ ਕੀਤਾ, ਪਰ 1,90,000 ਲੋਕਾਂ ਨੇ ਜਿਹੜੇ ਨੇ ਉਹ ਦਿੱਤੇ ਨੇ ਪੈਸੇ ਵਾਪਸ ਸਰਕਾਰ ਨੂੰ। ਤੇ ਨਾਲ 600 ਲੋਕ ਨੇ ਜਿਹੜੇ ਉਹਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਗਈਆਂ ਹੋਈਆਂ ਨੇ, ਉਹਨਾਂ ਨੇ ਉਹ ਸੋਚ ਰਹੇ ਨੇ ਕਿ ਅਸੀਂ ਵਾਪਸ ਕਰ ਦਈਏ, ਕਿਉਂਕਿ ਉਹਨਾਂ ਨੇ ਜਦੋਂ ਅਸੀਂ ਅਪਲਾਈ ਕਰਦੇ ਸੀ ਉੱਥੇ ਹੁਣ ਆਪਸ਼ਨ ਦੇ ਦਿੱਤੀ ਹੈ ਕਿ ਸਰਬ ਜੇ ਤੁਸੀਂ ਵਾਪਸ ਕਰਨਾ ਤਾਂ ਤੁਸੀਂ ਇਹ ਫੋਲੋ ਕਰਕੇ ਇੰਸਟਰਕਸ਼ਨ ਮੋੜ ਸਕਦੇ ਆ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਪਰ ਬਿੱਲ ਜਦੋਂ ਪੇਸ਼ ਕੀਤਾ ਗਿਆ ਤਾਂ ਕਹਿ ਰਹੇ ਨੇ ਕਿ ਨਹੀਂ ਤੁਹਾਨੂੰ ਕਰਨਾ ਚਾਹੀਦਾ ਸੀਗਾ। NDP ਲੀਡਰ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੇ ਉਹਨਾਂ ਨੇ ਦਿੱਤੇ ਹੈਗੇ ਪੈਸੇ ਇਸ ਤਰੀਕੇ ਦੇ ਨਾਲ ਨਾ ਮੋੜੋ, ਜਦੋਂ ਟੈਕਸ ਦਾ ਈਅਰ ਆਊਗਾ ਉਦੋਂ ਪਤਾ ਲੱਗ ਜੂਗਾ ਕਿੰਨਾਂ ਨੇ ਗਲਤੀ ਨਾਲ ਲਏ ਸੀ ਜਾਂ ਕਿੰਨਾਂ ਨੇ ਗਲਤ ਤਰੀਕੇ ਨਾਲ ਲਏ ਸੀ, ਉਹ ਆਪਣੇ ਆਪ ਵਾਪਸ ਆ ਜਾਣਗੇ। ਸੋ ਜਿਹੜੀਆਂ ਨੇ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਦੇਖਣ ਨੂੰ ਮਿਲ ਰਹੀਆਂ ਨੇ ਕੈਨੇਡਾ ਦੀ ਰਾਜਨੀਤੀ ਦੇ ਵਿੱਚ। ਜੀ ਬਿਲਕੁਲ। ਤੇ ਨਾਲ ਹੁਣ ਅਸੀਂ ਨਸਲਵਾਦ ਦੀ ਜਿਹੜੀ ਗੱਲ ਕਰ ਲਈਏ, ਨਸਲਵਾਦ ਜਿਹੜਾ ਸੀ ਅਮਰੀਕਾ ਦੇ ਵਿੱਚ, ਉਸ ਤੋਂ ਬਾਅਦ ਸਾਡੇ ਕੈਨੇਡਾ ਦੇ ਵਿੱਚ ਵੀ ਵਿਰੋਧ ਹੋਇਆ, ਤੇ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਵੀ ਜਿਹੜਾ ਨਸਲਵਾਦ ਦਾ ਸਾਹਮਣਾ ਆ ਰਿਹਾ ਸੀ। ਇੰਡੀਜਨਸ ਦਾ ਜਿਹੜਾ ਲੀਡਰ ਸੀਗਾ ਉਹਨੂੰ ਕੁੱਟਿਆ ਗਿਆ RCMP ਦੇ ਵੱਲੋਂ। ਉਹਨਾਂ ਦੀਆਂ ਜਿਹੜੀਆਂ ਕਰੀਬ ਅੱਧੇ ਘੰਟੇ ਤੋਂ ਥੋੜੀ ਘੱਟ ਵੀਡੀਓ ਹੈ ਉਹ ਜਿਹੜੀ ਰਿਲੀਜ਼ ਹੋਈ ਹੈ, ਸਾਰੇ ਕੰਡੈਮ ਕਰ ਰਹੇ ਨੇ। ਅਲਬਰਟਾ ਦੇ ਵਿੱਚ ਜਿਹੜਾ ਕਮਿਸ਼ਨਰ RCMP ਦਾ, ਉਹ ਕਹਿ ਰਿਹਾ ਕਿ ਨਹੀਂ, ਨਸਲਵਾਦ ਦੀ ਕੋਈ ਥਾਂ ਨਹੀਂ ਹੈਗੀ, ਕੋਈ ਨਸਲਵਾਦ ਨਹੀਂ, ਬਿਲਕੁਲ ਵਧੀਆ ਚੱਲ ਰਿਹਾ। ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਨਾਲ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ, ਮੰਨਿਆ ਕਿ ਹਾਂ ਕੈਨੇਡਾ ਦੇ ਵਿੱਚ ਨਸਲਵਾਦ ਹੈਗਾ ਹੈ। ਜੀ ਨਸਲਵਾਦ ਤਾਂ ਅਰਸ਼ ਸਾਰੀ ਦੁਨੀਆ ਦੇ ਵਿੱਚ ਸ਼ੁਰੂ ਤੋਂ ਚੱਲਿਆ ਰਿਹਾ ਔਰ ਇਸ ਵੇਲੇ ਵੀ ਚੱਲ ਰਿਹਾ ਜੀ, ਔਰ ਮੈਨੂੰ ਲੱਗਦਾ ਨਹੀਂ ਇਹ ਖਤਮ ਹੋਊਗਾ। ਕਿਤੇ ਵੀ ਆਪਾਂ ਚੀਜ਼ ਨੂੰ ਦੇਖ ਕੇ ਦੇਖੋ, ਵੱਡੇ ਪ੍ਰੋਫੈਕਟ 'ਚ ਆਪਾਂ ਜਦੋਂ ਦੇਖਦੇ ਆ ਤਾਂ ਸਦੀਆਂ ਤੋਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਆ ਰਹੀਆਂ। ਜਿਹੜੇ ਤਾਕਤਵਰ ਮੁਲਕ ਸੀ ਜਾਂ ਤਾਕਤਵਰ ਤਾਕਤਾਂ ਸੀ, ਉਹ ਸਾਰੀਆਂ ਦੇ ਸਾਰੀਆਂ ਹਮੇਸ਼ਾ ਹੀ ਉਹਨਾਂ ਮੁਲਕਾਂ ਨੂੰ ਲੁੱਟ ਕੇ ਤੇ ਉੱਥੋਂ ਦੇ ਲੋਕਾਂ ਨੂੰ ਸਲੇਵ ਬਣਾ ਕੇ ਲਿਆਉਂਦੀਆਂ ਰਹੀਆਂ ਨੇ ਤੇ ਆਪਣੇ ਥੱਲੇ ਉਹਨਾਂ ਤੋਂ ਕੰਮ ਕਰਵਾਉਂਦੀਆਂ ਰਹੀਆਂ। ਔਰ ਉਹ ਜਿਹੜੀਆਂ ਤਾਕਤਾਂ ਨੇ ਉਹ ਹਮੇਸ਼ਾ ਇੱਕੋ ਤਰ੍ਹਾਂ ਦਾ ਵਿਵਹਾਰ ਕਰਦੀਆਂ ਨੇ। ਸਾਡੇ ਵਰਗਾ ਜਦੋਂ ਮੈਂ ਭਾਰਤ ਦੀ ਗੱਲ ਕਰਦਾ ਹਾਂ ਤਾਂ ਸਾਡੇ ਖਿੱਤੇ ਦੇ ਲੋਕ, ਖਾਸ ਤੌਰ ਤੇ ਸਾਊਥ ਏਸ਼ੀਆ ਖਿੱਤੇ ਦੇ, ਭਾਰਤ ਪਾਕਿਸਤਾਨ ਦੀ ਜੇ ਗੱਲ ਕਰਦਾ, ਆਮ ਤੌਰ ਤੇ ਕਹਿਣਗੇ ਅਖੇ ਜੀ ਅੰਗਰੇਜ਼ ਬੜੇ ਮਾੜੇ ਸੀ, ਸਾਡੇ ਤੇ ਰਾਜ ਕਰਕੇ। ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਬੜੇ ਮਾੜੇ ਸੀ ਇਸ ਕਰਕੇ ਉਹਨੂੰ ਤਾਂ ਅਸੀਂ ਰਾਜ ਕਰਵਾ ਲਿਆ। ਸੋ ਇਸ ਕਰਕੇ ਜਿਹੜੀਆਂ ਤਾਕਤਾਂ ਨੇ, ਚਾਹੇ ਅਮਰੀਕਾ ਹੈ, ਚਾਹੇ ਰਸ਼ੀਆ ਹੈ, ਚਾਹੇ ਕਿਤੇ ਵੀ ਹੈ, ਚਾਹੇ ਮੁਸਲਮਾਨ ਸਮਕਾਲ ਦੀ ਆਪਾਂ ਗੱਲ ਕਰ ਲੈਂਦੇ ਹਾਂ, ਜਾਂ ਫਿਰ ਇਸ ਵੇਲੇ ਕੱਟੜਵਾਦ ਤਾਂ ਜਿਹੜੀ ਭਾਰਤ ਦੇ ਵਿੱਚ ਹੈ, ਜਦੋਂ ਵੀ ਤਾਕਤ ਆਪਣੇ ਜਲਾਉ 'ਚ ਆਉਂਦੀ ਹੈ ਤਾਂ ਉਹ ਇਸੇ ਤਰ੍ਹਾਂ ਦਾ ਵਿਵਹਾਰ ਕਰਦੀ ਹੈ। ਔਰ ਉਸੇ ਤਰੀਕੇ ਨਾਲ ਇਹ ਨਸਲਵਾਦ ਹੈ। ਨਸਲਵਾਦ ਨੂੰ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ, ਇਹ ਮੁਲਕ ਕਾਫੀ ਕਰਦੇ ਆ ਔਰ ਇਸੇ ਕਰਕੇ ਇੱਥੇ ਉਸ ਲੈਵਲ ਦੀ ਨਸਲਵਾਦ ਨਹੀਂ ਜਿਹੜੀ ਸਾਡੇ ਖਿੱਤੇ 'ਚ ਸਾਊਥ ਏਸ਼ੀਆ ਦੇ ਵਿੱਚ ਅਸੀਂ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਹਾਂ। ਉੱਥੇ ਤਾਂ ਇਹ ਵੀ ਹੁੰਦਾ ਹੈ ਕਿ ਬਹੁਤ ਸਾਰੀਆਂ ਨਸਲਾਂ ਇਸ ਤਰ੍ਹਾਂ ਦੀਆਂ ਜਿਹੜੀ ਤੁਹਾਡੇ ਬਰਾਬਰ ਖੜ ਨਹੀਂ ਸਕਦੀਆਂ, ਤੁਹਾਡੇ ਬਰਾਬਰ ਬੈਠ ਨਹੀਂ ਸਕਦੀਆਂ, ਤੁਹਾਡੇ ਪੈਰਾਂ 'ਚ ਬਹਿ ਕੇ ਰੋਟੀ ਖਾਂਦੀਆਂ ਨੇ। ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉੱਥੇ ਬਹੁਤ ਸਾਰਾ ਜ਼ਿਆਦਾ ਵੱਡੇ ਲੈਵਲ 'ਤੇ ਨੇ। ਹਾਲਾਂਕਿ ਦੁਨੀਆ ਦੇ ਵਿੱਚ ਕੋਸ਼ਿਸ਼ ਇਹਦੀ ਸਾਰੀ ਹਮੇਸ਼ਾ ਰਹੀ ਹੈ, ਪਰ ਜਿਹੜੀਆਂ ਖਬਰਾਂ ਤੁਸੀਂ ਦੱਸ ਕੇ ਹਟਿਓ ਕਿ ਖਾਸ ਤੌਰ ਤੇ ਜਿਹੜੀ ਅਮਰੀਕਾ ਦੀ ਹੁਣ ਬੜੀ ਚਰਚਾ ਹੈ ਔਰ ਇੱਥੇ ਵੀ ਹੈ, ਔਰ ਸਾਡੇ ਇੱਥੋਂ ਦੇ ਪ੍ਰਧਾਨ ਮੰਤਰੀ ਦਾ ਵੀ ਮੰਨਣਾ ਹੈ ਕਿ ਨਸਲਵਾਦ ਖਤਮ ਹੋਣ ਵਾਸਤੇ ਕੋਸ਼ਿਸ਼ਾਂ ਜ਼ਰੂਰ ਜਾਰੀ ਰਹਿਣੀ ਚਾਹੀਦੀਆਂ।
ਬਿਲਕੁਲ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ। ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਬਹੁਤ ਚੀਜ਼ਾਂ ਸਾਹਮਣੇ ਆਈਆਂ ਨੇ। ਟਰਾਂਸਪੇਰੈਂਸੀ ਦੀ ਮੰਗ ਕੀਤੀ ਜਾ ਰਹੀ ਹੈਗੀ ਹੈ, ਪੁਲਿਸ ਦੇ ਵੱਲੋਂ ਟਰਾਂਸਪੇਰੈਂਸੀ ਦੀ ਮੰਗ ਕੀਤੀ ਜਾ ਰਹੀ ਨੇ। ਬਹੁਤ ਚੀਜ਼ਾਂ ਨੇ ਜਿਹੜੀਆਂ ਦੇਸ਼ ਦੇ ਵਿੱਚ ਹੋ ਰਹੀਆਂ ਨੇ, ਪਰ ਕੁੱਲ ਮਿਲਾ ਕੇ ਸਾਨੂੰ ਚਾਹੀਦਾ, ਸਰਕਾਰਾਂ ਨੂੰ ਚਾਹੀਦਾ ਕਿ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕੀਤਾ ਜਾਵੇ, ਜਿਹੜਾ ਕਿ ਲੋਕ ਭਲਾਈ ਦੇ ਲਈ ਹੋਵੇ, ਨਾ ਕਿ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਹੋਵੇ। ਤੁਸੀਂ ਹਮੇਸ਼ਾ ਸਾਨੂੰ ਟਾਈਮ ਟੂ ਟਾਈਮ ਇਨਫੋਰਮੇਸ਼ਨ ਦਿੰਦੇ ਰਹਿੰਦੇ ਹੋ ਤੇ ਨਾਲ ਨਾਲ ਹਿਸਟਰੀ ਬਾਰੇ ਵੀ ਦੱਸਦੇ ਹੋ ਕਿ ਪਿਛਲੇ ਸਮਿਆਂ ਦੇ ਵਿੱਚ ਕੀ ਹੋਇਆ। ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਥੈਂਕ ਯੂ ਜੀ। ਬਿਲਕੁਲ, ਸਟ੍ਰੇਟ ਟਾਕ, ਸਿੱਧੀ ਗੱਲਬਾਤ ਦੇ ਵਿੱਚ ਅਸੀਂ ਤੁਹਾਨੂੰ ਹਮੇਸ਼ਾ ਮੁੱਦਿਆਂ ਦੇ ਬਾਰੇ ਗੱਲ ਦੱਸਦੇ ਹਾਂ ਕਿ ਕੀ ਕੁਝ ਹੋ ਰਿਹਾ ਹੈਗਾ ਕੈਨੇਡਾ ਦੇ ਵਿੱਚ, ਭਾਰਤ ਦੇ ਵਿੱਚ ਕੀ ਹੋ ਰਿਹਾ, ਪੰਜਾਬ ਦੇ ਵਿੱਚ ਕੀ ਹੋ ਰਿਹਾ, ਰਾਜਨੀਤੀ ਦੇ ਵਿੱਚ ਕੀ ਹੋ ਰਿਹਾ। ਪ੍ਰੋਗਰਾਮ ਦੇ ਬਾਰੇ ਤੁਸੀਂ ਆਪਣੀ ਫੀਡਬੈਕ ਦੇਣੀ ਨਾ ਭੁੱਲਿਆ ਕਰੋ ਪਲੀਜ਼। ਤੁਸੀਂ ਈਮੇਲ ਕਰ ਸਕਦੇ ਆ, ਤੁਸੀਂ ਸਾਨੂੰ ਫੋਨ ਕਰਕੇ ਵੀ ਦੱਸ ਸਕਦੇ ਆ ਜੇ ਤੁਸੀਂ ਕੁਝ ਹੋਰ ਜਿਹੜੇ ਟੌਪਿਕ ਨੇ ਆਪਣੇ ਵੱਲੋਂ ਸਾਨੂੰ ਦੇਣੇ ਚਾਹੁੰਦੇ ਆ ਕਿ ਅਸੀਂ ਉਹਨਾਂ ਦੇ ਬਾਰੇ ਤੁਹਾਡੇ ਤੱਕ ਗੱਲਬਾਤ ਪਹੁੰਚਾਉਂਦੇ ਰਹੀਏ। ਟਿਲ ਦੈਨ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।